पाद पंकज बंदन पाद पंकज बंदन सिमरो अंगद दोख निकंदन अमरदास गुर हृदय त्यावं जी हृदय त्यावं श्री गुरु रामदास गुण गावं श्री अर्जन बिगनान के नाशक जी बिगनान के नाशक हर गोबिंद शुभ सुमत प्रकाशक श्री हर राय नमो कार जोरी जी नमो कार जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा जी पुन पुन सीसा बंदों बार बार जगदीशा जिसमें अमृत ज्ञान है मानिक भगत विराग गुरु ग्रंथ साहिब उदद बंदों कर अनुराग श्री गुरु शब्द कमाए जिना जीते पंच विकार तिन संतन को बंदना सिर चरणन पर तार तिन संतन को बंदना सिर चरणन पर तार सतनाम श्री वाहिगुरु साहिब जीओ कलगी रही बिराज उतंगा दमकत मुक्ता हीरन संगा चमर टुरत सुठ बारंबारा उज्जल हंस मनिंद उदारा कलगी रही बिराज उतंगा दमकत मुक्ता हीरन संगा चमर टुरत सुठ बारंबारा उज्जल हंस मनिंद उदारा। वाहिगुरु जी का खालसा वाहिगुरु जी की फतेह। पतित पावन दयानिध किरपा दे खजाने सतगुरु 10 पातशाहियों जी दे पावन पवित्र ਸਰੂਪ ਧੰਨ ਧੰਨ ਸਾਹਿਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸੰਧਿਆ ਸਮੇਂ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਪਵਿੱਤਰ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਸ਼ਰਵਣ ਕਰਦੇ ਹੋ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜ਼ਰੇ ਪੈਂਦੀ ਮੁਜਰੇ। ਸਤਿਗੁਰਾਂ ਨੇ ਤਰਸ ਕੀਤਾ, ਵਿਧੀ ਬਣੀ ਬੋਧਨੀ ਨਗਰ ਨੂੰ ਮਹਾਰਾਜ ਸਤਿਗੁਰਾਂ ਦੀ ਦਇਆ ਸਦਕਾ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਕਥਾ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਤਾ ਗੱਦੀ ਮਿਲਣ ਦੀ ਕਥਾ ਆਪ ਜੀ ਵੱਡੇ ਭਾਗਾਂ ਸਦਕਾ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਜੋ ਦੀਵਾਨ ਪਿਛਲੇ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਦੀ ਹੈ ਤੇ ਗੁਰਤਾ ਗੱਦੀ ਦਾ ਦਿਨ ਜਿਹੜਾ ਹੈ ਉਹ ਫੱਗਣ ਮਹੀਨੇ ਦੀ 5 ਸੁਦੀ ਪੰਚਮੀ ਸੁਦੀ ਕਹਿ ਦਿੰਦੇ ਹੈ, ਉਹ ਨਿਸ਼ਚਿਤ ਕੀਤਾ ਸੀ। ਸੰਗਤਾਂ ਨੂੰ ਮਾਤਾ ਗੁਜਰ ਕੌਰ ਜੀ ਨੇ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਕਿ ਜਿਹੜੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਪ੍ਰੇਮ ਕਰਦੇ ਹੈ ਉਹ ਸਾਡੇ ਸਾਹਿਬਜ਼ਾਦੇ ਦੇ ਦਸਤਾਰਬੰਦੀ 'ਤੇ ਜ਼ਰੂਰ ਪਹੁੰਚੋ ਭਾਈ। ਸੰਗਤਾਂ ਚਿੱਠੀਆਂ ਪੜ੍ਹੀਆਂ, ਪਰਿਵਾਰਾਂ ਨੂੰ ਨਾਲ ਲੈ ਲੈ ਕੇ ਬੇਅੰਤ ਸੰਗਤਾਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਦਸਤਾਰਬੰਦੀ ਵੇਖਣ ਵਾਸਤੇ ਅਨੰਦਪੁਰ ਸਾਹਿਬ ਪਹੁੰਚਣ ਲੱਗੀਆਂ। ਇੰਨੀ ਭਾਰੀ ਭੀੜ ਇਕੱਠ ਸੰਗਤਾਂ ਦਾ ਹੋ ਰਿਹਾ ਕਿ ਅਨੰਦਪੁਰ ਸਾਹਿਬ ਦੇ ਚਾਰ ਚੁਫੇਰੇ ਤੰਬੂ ਹੀ ਤੰਬੂ ਨਜ਼ਰ ਆਉਂਦੇ ਹੈ। ਖੁੱਲ੍ਹੇ ਗੱਫੇ, ਲੰਗਰ ਪ੍ਰਸ਼ਾਦ, ਪਾਣੀ, ਤਰ੍ਹਾਂ ਤਰ੍ਹਾਂ ਦੇ ਭੋਜਨ ਪ੍ਰਸ਼ਾਦ ਚੱਲ ਰਹੇ ਹੈ। ਮਾਤਾ ਨਾਨਕੀ, ਮਾਤਾ ਗੁਜਰ ਕੌਰ ਨੇ ਕਿਰਪਾਲ ਚੰਦ ਦੀ ਡਿਊਟੀ ਲਾਈ ਹੈ ਵੀ ਤੁਸੀਂ ਸਾਰੀ ਜ਼ਿੰਮੇਵਾਰੀ ਦਰਬਾਰ ਦੀ ਸਾਂਭਣੀ ਹੈ। ਤਾਂ ਮਾਮਾ ਕਿਰਪਾਲ ਚੰਦ ਜੀ ਨੇ ਇੱਕ ਉੱਚਾ ਥੜਾ ਬਣਵਾਇਆ, ਉਹਦੇ 'ਤੇ ਵਿਛਾਈ ਕਰਵਾਈ, ਉੱਤੇ ਸੋਹਣਾ ਚੰਦੋਆ ਸਾਹਿਬ ਚਾਨਣੀ ਲਾਈ ਹੈ ਜਿੱਥੇ ਗੁਰੂ ਕਲਗੀਧਰ ਸਾਹਿਬ ਨੇ ਬਹਿਣਾ। ਸਰਾਣੇ ਰੱਖ ਦਿੱਤੇ ਗਏ 3 ਤੇ ਪੂਰਾ ਤਿਆਰ ਬਰ ਤਿਆਰ ਸਾਰਾ ਕਰਕੇ ਪਹਿਰਾ। ਸੰਗਤਾਂ ਨੂੰ ਦੱਸ ਦਿੱਤਾ ਗਿਆ, ਤੰਬੂਆਂ ਵਿੱਚ ਆਵਾਜ਼ ਦੇ ਦਿੱਤੀ ਗਈ ਕਿ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਹੱਲੇ ਨਾਲ ਦਰਬਾਰ ਵਿੱਚ ਪਹੁੰਚੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਹੇ ਹੈ। ਸੰਗਤਾਂ ਜਾ ਕੇ ਦਰਬਾਰ ਵਿੱਚ ਬਹਿ ਗਈਆਂ ਤੇ 10ਵੇਂ ਪਾਤਸ਼ਾਹ ਐਨ ਤਿਆਰ ਬਰ ਤਿਆਰ ਹੋ ਕੇ ਦਮਾਲੇ ਚਲਾ ਕੇ ਗੁਰੂ ਗਰੀਬ ਨਵਾਜ ਸ਼ਮਸ਼ੀਰ ਪਹਿਨ ਕੇ ਤੇ ਸਤਿਗੁਰਾਂ ਦੇ ਕਮਰ ਕਸੇ ਵਿੱਚ ਕਟਾਰ ਅਤੇ ਆਦਿਕ ਸ਼ਾਸਤਰ ਬਸਤਰ ਐਨ ਤਿਆਰ ਬਰ ਤਿਆਰ ਹੋ ਗੁਰੂ ਗਰੀਬ ਨਵਾਜ ਧੰਨ ਗੁਰੂ ਕਲਗੀਧਰ ਸਾਹਿਬ 10 ਸਾਲ ਦੀ ਉਮਰ ਸੱਚੇ ਪਾਤਸ਼ਾਹ ਜੀ ਗੁਰੂ ਕੇ ਮਹਿਲਾਂ ਚੋਂ ਬਾਹਰ ਨਿਕਲੇ ਹੈ ਤੇ ਸੋਹਣਾ ਘੋੜਾ ਮਾਮਾ ਕਿਰਪਾਲ ਚੰਦ ਜੀ ਨੇ ਲਿਆ ਕੇ ਠੱਲਿਆ। 7.25 ਲੱਖ ਦਾ ਘੋੜਾ ਹੈ, 1.25 ਲੱਖ ਦੀ ਸੋਨੇ ਦੀ ਮੜੀ ਹੋਈ ਕਾਠੀ ਹੈ। ਗੁਰੂ ਕਲਗੀਧਰ ਸਾਹਿਬ ਜੀ ਮਾਰ ਥਾਪੀ ਘੋੜੇ ਉੱਪਰ ਚੜ੍ਹ ਗਏ। ਜਦੋਂ ਪਤਾ ਲੱਗਿਆ ਗੁਰੂ ਕਲਗੀਧਰ ਸਾਹਿਬ ਜੀ ਆ ਰਹੇ ਹੈ, ਸਾਰੇ ਪਾਸੇ ਸੰਗਤਾਂ ਸੀਸ ਝੁਕਾਉਂਦੀਆਂ, ਜੈ ਜੈਕਾਰ ਹੁੰਦੀ ਹੈ। ਥੋੜ੍ਹੀ ਜਿਹੀ ਉਮਰ ਵਿੱਚ ਗੁਰੂ ਕਲਗੀਧਰ ਸਾਹਿਬ ਦਾ ਇੰਨਾ ਪ੍ਰਤਾਪ ਜਿਵੇਂ ਕਿਸੇ ਦੇਸ਼ ਦਾ ਬਾਦਸ਼ਾਹ ਆਉਂਦਾ ਹੋਵੇ। ਭੱਟ ਜਿਹੜੇ ਨਕੀਬ ਹੁੰਦੇ ਹੈ ਅੱਗੇ ਅੱਗੇ ਆਵਾਜ਼ਾਂ ਦਿੰਦੇ ਹੈ ਬਾਦਸ਼ਾਹ ਦੀਆਂ, ਜਿਵੇਂ ਕਚਹਿਰੀਆਂ ਵਿੱਚ ਉੱਚੀ ਉੱਚੀ ਆਵਾਜ਼ਾਂ ਦਿੰਦੇ ਹੈ, ਸਾਵਧਾਨ, ਹੋਸ਼ਿਆਰ, ਬਾਜਾਂ ਵਾਲੇ, ਤਾਜਾਂ ਵਾਲੇ, ਸ਼ਾਹੇ ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਜ਼ੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਹੇ ਹੈ। ਸੰਗਤਾਂ ਖੜੀਆਂ ਹੋ ਗਈਆਂ, ਮਹਾਰਾਜ ਦਰਬਾਰ ਵਿੱਚ ਪਹੁੰਚੇ। ਸਾਰੀਆਂ ਸੰਗਤਾਂ ਇੱਕੋ ਵਾਰ ਝੁੱਕ ਕੇ ਗਰੀਬ ਨਵਾਜ ਨੂੰ ਨਮਸਕਾਰ ਕੀਤੀ। ਗੁਰਤਾ ਗੱਦੀ ਨੂੰ ਮੱਥਾ ਟੇਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤ ਉੱਪਰ ਸੱਜ ਗਏ ਹੈ। ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਨੂੰ ਜਿਹੜੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਤੋਂ ਭਾਈ ਰਾਮ ਕੋਇਰ ਜੀ 3 ਸਾਲ ਦੀ ਉਮਰ ਦੇ ਸਨ ਉਦੋਂ। ਇਹਨਾਂ ਗੁਰੂ ਕਲਗੀਧਰ ਸਾਹਿਬ ਦੇ ਮੱਥੇ 'ਤੇ ਤਿਲਕ ਲਾਇਆ, ਇੱਕ ਦਸਤਾਰ ਭੇਟ ਕੀਤੀ, ਇੱਕ ਜਿਗਾ, ਇੱਕ ਕਲਗੀ, ਕੁਝ ਘੋੜੇ, ਇੱਕ ਬਹੁਤ ਬੇਸ਼ਕੀਮਤੀ ਮਹਿੰਗਾ ਬਾਜ ਗੁਰੂ ਕਲਗੀਧਰ ਸਾਹਿਬ ਨੂੰ ਭੇਟ ਕੀਤਾ ਹੈ। ਇੱਦਾਂ ਖਾਲਸਾ ਜੀ ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੈ ਜੈਕਾਰ ਹੁੰਦੀ ਹੈ। ਸਾਰੇ ਮਹਾਰਾਜ ਦਾ ਪ੍ਰਤਾਪੀ ਚਿਹਰਾ ਵੇਖਦੇ ਹੈ। ਇੱਕ ਪਾਸੇ ਔਰੰਗਜ਼ੇਬ ਦਾ ਪਾਪ ਵਧਿਆ ਹੋਇਆ ਸਿੱਖ ਵੇਂਦੇ ਹੈ ਤੇ ਦੂਜੇ ਪਾਸੇ ਗੁਰਤਾ ਗੱਦੀ ਤੇ ਇੱਕ ਮਹਾਂਬਲੀ ਸੂਰਮਾ ਬੈਠਾ ਦਿਸਦਾ ਹੈ। ਇੱਦਾਂ ਸਿੱਖਾਂ ਦੇ ਮਨ ਨੂੰ ਠੰਡ ਪੈਂਦੀ ਹੈ ਜਦੋਂ ਗੁਰੂ ਕਲਗੀਧਰ ਸਾਹਿਬ ਨੂੰ ਸਨੱਧਬੱਧ ਸ਼ਾਸਤਰ ਧਾਰੀ ਤਿਆਰ ਬਰ ਤਿਆਰ ਸੂਰਮਿਆਂ ਵਾਂਗਰਾਂ ਗੁਰਤਾ ਗੱਦੀ ਤੇ ਬੈਠਾ ਵੇਖਿਆ। ਐਸੇ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤੇ। ਜਿਹੜੀ ਬਾਕੀ ਕਥਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਭਾ ਦੀ, ਆਪ ਸਾਰੀਆਂ ਸੰਗਤਾਂ ਚਿੱਤ ਸੁਰਤੀ ਬਿਰਤੀ ਨੂੰ ਇਕਾਗਰ ਕਰੋ।
ਦੀਨ ਦਿਆਲ ਪਾਤਸ਼ਾਹ ਨੂੰ ਹਿਰਦੇ ਵਸਾਓ। ਖਾਲਸਾ ਜੀ, ਗੁਰੂ ਕਲਗੀਧਰ ਸਾਹਿਬ ਜੀ ਦੇ ਸਰਵਣ ਦਰਸ਼ਨ ਕੀਤੇ ਜਾਣ। 4 ਪ੍ਰਕਾਰ ਦੇ ਦਰਸ਼ਨ ਹੈ। ਚੌਥੇ ਦਰਸ਼ਨ, ਜਿਵੇਂ 4 ਦਰਸ਼ਨਾਂ ਵਿੱਚੋਂ ਪ੍ਰਤੱਖ ਦਰਸ਼ਨ ਹੈ, ਚਿੱਤਰ ਦਰਸ਼ਨ ਹੈ, ਇਸੇ ਤਰ੍ਹਾਂ ਸੁਪਨ ਦਰਸ਼ਨ ਹੈ। ਇੱਕ ਦਰਸ਼ਨ ਸ਼ਬਦ ਦਰਸ਼ਨ ਜਾਂ ਸਰਵਣ ਦਰਸ਼ਨ ਮੰਨੇ ਹੈ ਵੀ ਜਦੋਂ ਗੁਰੂ ਕੀ ਸੋਭਾ ਸੁਣਨੀ, ਸੁਰਤੀ ਇੰਨੀ ਇਕਾਗਰ ਕਰ ਲੈਣੀ ਕਥਾ ਸੁਣਦਿਆਂ, ਨੇਤਰ ਬੰਦ ਹੋ ਜਾਣੇ, ਤੇ ਜੋ ਕੋਈ ਕਥਾਵਾਚਕ ਬਕਤਾ ਸੁਣਾ ਰਿਹਾ ਵੀ ਮਹਾਰਾਜ ਐਸੇ ਸਨ, ਚੌੜਾ ਮੱਥਾ, ਉੱਚਾ ਨੱਕ, ਗੁਰੂ ਕਲਗੀਧਰ ਸਾਹਿਬ ਦੀ 10 ਸਾਲ ਦੀ ਉਮਰ, ਸੀਸ ਤੇ ਕਲਗੀ ਸੋਭਾ ਪਾਉਂਦੀ ਹੈ, ਗਲ ਵਿੱਚ 5 ਲੜੀਆ ਹਾਰ, ਗਾਤਰੇ ਸ਼੍ਰੀ ਸਾਹਿਬ, ਪੀਲੇ ਰੰਗ ਦਾ ਚੋਲਾ ਪਾ ਕਰਕੇ ਚੌਂਕੜਾ ਮਾਰ ਅਥਵਾ 20 ਆਸਣ ਲਾ ਕੇ ਗੁਰੂ ਕਲਗੀਧਰ ਸਾਹਿਬ ਜੀ ਬੈਠੇ ਹੋਏ ਹੈ। ਉਹ ਸਾਰੀ ਸੁਰਤੀ ਵਿੱਚ ਛਵੀ ਆ ਜਾਣੀ ਐਨ ਪ੍ਰਤੱਖ, ਇਹਨੂੰ ਸ਼ਰਵਣ ਦਰਸ਼ਨ ਕਹਿੰਦੇ ਹੈ। ਜਿਹੜੀ ਕਥਾ ਹੁੰਦੀ ਖਾਲਸਾ ਜੀ, ਇਹ ਮਹਾਰਾਜ ਦੇ ਦਰਸ਼ਨ ਕਰਵਾਉਂਦੀ ਸ਼ਰਵਣ ਦਰਸ਼ਨ। ਵੀ ਪੰਡਾਲ ਦੀ ਬਾਣ ਜੋ ਕੁਝ ਉੱਥੇ ਲੱਗਾ ਉਹ ਸੁਣ ਸੁਣ ਕੇ ਅੰਦਰ ਸਾਰਾ ਕੁਝ ਬਣ ਜਾਂਦਾ ਉਸੇ ਤਰ੍ਹਾਂ ਹੀ। ਤੋ ਇਹ ਮਹਾਰਾਜ ਦੀ ਪਵਿੱਤਰ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਆਪ ਜੀ ਨੂੰ ਗੁਰੂ ਕਲਗੀਧਰ ਸਾਹਿਬ ਜੀ ਦੇ ਪ੍ਰਤੱਖ ਸ਼ਰਵਣ ਦਰਸ਼ਨ ਕਰਵਾਏਗੀ। ਚਿੱਤ ਬਿਰਤੀ ਇਕਾਗਰ ਕਰੋ, ਗੁਰੂਦੇਵ ਨੂੰ ਹਿਰਦੇ ਵਸਾਓ ਜੀ। ਸਭ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਲਗੀ ਰਹੀ ਬਿਰਾਜ ਉਤੰਗਾ। ਸਾਧ ਸੰਗਤ ਜੀ, ਗੁਰੂ ਕਲਗੀਧਰ ਸਾਹਿਬ ਜੀ ਗਰੀਬ ਨਵਾਜ ਤਖਤ ਉੱਪਰ ਬੈਠੇ ਹੋਏ ਹੈ। ਲੱਖਾਂ ਸਿੱਖ ਗੁਰੂਦੇਵ ਦੇ ਦਰਸ਼ਨ ਕਰ ਰਹੇ ਹੈ। ਸੀਸ ਤੇ ਮਹਾਰਾਜ ਦੇ ਸੁੰਦਰ ਦੁਮਾਲਾ ਹੈ ਤੇ ਦਮਾਲੇ ਉੱਪਰ ਚੰਗੀ ਉੱਚੀ ਲੰਮੀ ਸੋਹਣੀ ਸੋਨੇ ਤੇ ਹੀਰਿਆਂ ਵਿੱਚ ਮੜੀ ਹੋਈ ਕਲਗੀ ਜਿਹੜੀ ਉਹ ਸੋਭਾ ਪਾ ਰਹੀ ਹੈ। ਦਮਕਤ ਮੁਕਤਾ ਹੀਰਨ ਸੰਗਾ। ਜਿਸ ਕਲਗੀ ਸਾਹਿਬ ਦੇ ਵਿੱਚ ਹੀਰੇ ਜੜੇ ਹੋਏ ਤੇ ਹੀਰਿਆਂ ਦੀ ਚਮਕ ਦਮਕ ਦੂਰ ਤੱਕ ਪੈਂਦੀ ਹੈ। ਮੰਨ ਲਓ ਗੁਰੂ ਕਲਗੀਧਰ ਸਾਹਿਬ ਦੇ ਦਮਾਲੇ ਦੇ ਉੱਪਰ ਕਲਗੀ ਕਾਹਦੀ ਹੈ? ਜਿਵੇਂ ਸੂਰਜ ਚੜਿਆ ਹੁੰਦਾ ਹੈ, ਹੀਰੇ ਮੋਤੀ ਜੜੇ, ਉਹਨਾਂ ਦੀ ਚਮਕ ਬੜੀ ਦੂਰ ਤੱਕ ਪੈ ਰਹੀ ਹੈ। ਚਮਰ ਢੁਰਤ ਸੁਠ ਬਾਰੰਬਾਰਾ। 2 ਚੌਰ ਸਾਹਿਬ ਗੁਰੂ ਕਲਗੀਧਰ ਸਾਹਿਬ ਦੇ ਸੀਸ ਤੇ ਹੋ ਰਹੇ ਹੈ। 2 ਸਿੱਖ ਮਹਾਰਾਜ ਦੇ ਪਿਛਲੇ ਪਾਸੇ ਖੜ ਕੇ ਚੌਰ ਬਰਦਾਰ, ਖੱਬਿਓਂ ਸੱਜੇ ਸੱਜਿਓਂ ਖੱਬੇ, ਇੱਦਾਂ ਖਾਲਸਾ ਜੀ 2 ਚੌਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਉੱਪਰ 2 ਗੁਰਮੁਖ ਪਿਆਰੇ ਫੜ ਖੜੇ ਹੋਏ ਕਰ ਰਹੇ ਹੈ। ਉਜਲ ਹੰਸ ਮਨਿੰਦ ਉਦਾਰਾ। ਸਤਿਗੁਰਾਂ ਦੇ ਸੀਸ ਤੇ ਹੋ ਰਹੇ ਚੌਰ ਸਾਹਿਬ ਦੀ ਸੋਭਾ ਐਸੀ ਹੈ ਜਿਵੇਂ 2 ਹੰਸ ਹੋਣ ਚਿੱਟੇ ਰੰਗ ਦੇ, ਤੇ ਇਧਰੋਂ ਖੱਬਿਓਂ ਉਡਾਰੀ ਮਾਰ ਕੇ ਸੱਜੇ ਬਹਿ ਜਾਂਦੇ ਹੈ, ਸੱਜਿਓਂ ਉਡਾਰੀ ਮਾਰ ਕੇ ਖੱਬੇ ਬਹਿ ਜਾਂਦੇ ਹੋਣ। ਜਿਵੇਂ 2 ਹੰਸਾਂ ਦਾ ਜੋੜਾ ਗੁਰੂ ਕਲਗੀਧਰ ਸਾਹਿਬ ਦੇ ਸਿਰ ਉੱਪਰ ਡਾਰੀਆਂ ਮਾਰ ਰਿਹਾ, ਇਸ ਤਰ੍ਹਾਂ ਚਿੱਟੇ ਰੰਗ ਦੇ ਚੌਰ ਸਾਹਿਬ ਸਤਿਗੁਰਾਂ ਦੇ ਸੀਸ ਉੱਪਰ ਸੋਭਾ ਪਾ ਰਹੇ, ਮਾਨੋ ਹੰਸਾਂ ਦਾ ਜੋੜਾ ਸਿਰ ਤੇ ਉੱਡਿਆ ਫਿਰਦਾ ਹੈ। ਦਰਸੈ ਸੋਭਾ ਖਰ ਕਿਤੇਕ। ਖਰੇ ਕਿਤੇਕ ਗੁਰੂ ਕਲਗੀਧਰ ਸਾਹਿਬ ਜੀ ਦੀ ਸੋਭਾ। ਸਿੱਖ ਕਈ ਇਹੋ ਜਿਹੇ ਜਿਨ੍ਹਾਂ ਨੂੰ ਮਹਾਰਾਜ ਦਾ ਹੁਣ ਕਿਉਂਕਿ ਭੀੜ ਬਹੁਤ ਹੈ, ਸਰੂਪ ਨਹੀਂ ਦਿਸ ਰਿਹਾ, ਤੇ ਸਿੱਖ ਖੜੇ ਹੋ ਕੇ ਧੰਨ ਗੁਰੂ ਕਲਗੀਧਰ ਸਾਹਿਬ ਦਾ ਸਰੂਪ ਵੇਂਦੇ ਹੈ। ਅੱਡੀਆਂ ਚੁੱਕ ਚੁੱਕ ਕੇ ਗੁਰੂਦੇਵ ਮਹਾਰਾਜ ਦੇ ਦਰਸ਼ਨ ਕੀਤੇ ਜਾ ਰਹੇ ਹੈ। ਬੈਠ ਬਿਲੋਕਤ ਸਿੱਖ ਅਨੇਕ। ਤੇ ਜਿਹੜੇ ਸਿੱਖ ਲਾਗੇ ਬੈਠੇ ਐ ਉਹ ਬੈਠਿਆਂ ਹੋਇਆਂ ਸਹਿਜੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਸਭ ਕੇ ਦ੍ਰਿਗ ਇੱਕ ਟਕ ਲਗ ਐਸੇ। ਮਹਾਰਾਜ ਦਾ ਇੰਨਾ ਸੁੰਦਰ ਸਰੂਪ ਹੈ। ਗੁਰੂ ਕਲਗੀਧਰ ਸਾਹਿਬ ਜੀ ਖਾਲਸਾ ਜੀ ਬਹੁਤ ਸੁਣੱਖੇ ਸਨ ਸੱਚੇ ਪਾਤਸ਼ਾਹ। ਹੁਣ ਪਰਮੇਸ਼ਰ ਦਾ ਸਾਰਾ ਸੰਸਾਰ ਬਣਾਇਆ, ਕਿੰਨੀਆਂ ਸੋਹਣੀਆਂ ਸੂਰਤਾਂ ਮੂਰਤਾਂ ਹਨ, ਤੇ ਜਿੰਨੇ ਬਣਾਈਆਂ ਉਹ ਕਿੱਡਾ ਸੁੰਦਰ ਹੋਏਗਾ। ਧੰਨ ਗੁਰੂ ਕਲਗੀਧਰ ਸਾਹਿਬ ਦਾ ਸਰੂਪ ਬਹੁਤ ਸੁੰਦਰ ਹੈ। ਜਿਹੜੇ ਸਿੱਖ ਮਹਾਰਾਜ ਦੇ ਇੱਕ ਵਾਰੀ ਮੁੱਖ ਵੱਲ ਵੇਖ ਲੈਂਦੇ ਆ, ਫਿਰ ਅੱਖ ਨਹੀਂ ਝਪਕਦੇ, ਜਿਵੇਂ ਐਨ ਟਕਟਕੀ ਲੱਗ ਜਾਂਦੀ ਨਾ ਸੱਪ ਦੀ ਬੀਣ ਨੂੰ ਵੇਖ ਕੇ ਸੁਣ ਕੇ, ਇੱਦਾਂ ਗੁਰੂ ਕਲਗੀਧਰ ਸਾਹਿਬ ਦੇ ਚਿਹਰੇ ਤੋਂ ਨਜ਼ਰ ਹਟਾਉਣ ਨੂੰ ਕਿਸੇ ਸਿੱਖ ਦਾ ਜੀ ਨਹੀਂ ਕਰਦਾ। ਜਿੰਨੀਆਂ ਸੰਗਤਾਂ ਪੰਡਾਲ ਵਿੱਚ ਬੈਠੀਆਂ ਸਭ ਦੇ ਨੇਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁੱਖ ਉੱਪਰ ਲੱਗੇ ਹੋਏ ਆ। ਗਨ ਚਕੋਰ ਸੱਸ ਕੇ ਦਿਸ ਜੈਸੇ। ਇਸ ਤਰ੍ਹਾਂ ਦੀ ਹਾਲਤ ਹੋ ਰਹੀ ਆ ਜਿਵੇਂ ਚੰਦਰਮਾ ਚੜਿਆ ਹੋਵੇ ਤੇ ਚਕੋਰ ਐਨ ਪੱਥਰ ਹੀ ਬਣ ਜਾਂਦੀ, ਉਹਦੇ ਵੱਲ ਵੇਖੀ ਜਾਂਦੀ ਹੈ।
ਜਿਵੇਂ ਚੰਦਰਮਾ ਵੱਲ ਚਕੋਰਾਂ ਟਕ ਟਕੀ ਲਾ ਕੇ ਵੇਂਦੀਆਂ, ਇਦਾਂ ਧੰਨ ਗੁਰੂ ਕਲਗੀਧਰ ਸਾਹਿਬ ਦਾ ਪੁੰਨਿਆਂ ਦੇ ਚੰਦਰਮਾ ਵਰਗਾ ਭਾਰਾ ਮੁਖੜਾ ਹੈ। ਸਿੱਖਾਂ ਦੇ ਨੇਤਰ ਚਕੋਰ ਵਰਗੇ ਬਣੇ ਹੋਏ ਹਨ ਜੀ। ਮਨ ਬਰ ਬਸ ਹੀ ਸਰਬ ਚੁਰਾਏ। ਮਹਾਰਾਜ ਏਡੇ ਸੁਨੱਖੇ ਹੈ ਗੁਰੂ ਕਲਗੀਧਰ ਸਾਹਿਬ ਜੀ, ਮੱਲੋ ਮੱਲੀ ਸਾਰਿਆਂ ਦੇ ਮਨ ਚੋਰੀ ਹੋਈ ਜਾਂਦੇ ਹੈ। ਮੱਲੋ ਮੱਲੀ ਕਿਸੇ ਦਾ ਮਨ ਆਪਦੇ ਕਾਬੂ ਵਿੱਚ ਨਹੀਂ ਰਹਿ ਰਿਹਾ। ਮੱਲੋ ਮੱਲੀ ਧੰਨ ਗੁਰੂ ਕਲਗੀਧਰ ਸਾਹਿਬ ਤੋਂ ਵਾਰ ਨੇ, ਬਲਿਹਾਰ ਨੇ, ਸਦਕੇ ਸਿੱਖ ਜਾ ਰਹੇ ਹਨ। ਜਨ ਸੂਰਜ ਮੁਖ ਕਮਲ ਖਿਰਾਏ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਮੂੰਹ ਖਿੜ ਜਾਂਦੇ, ਕਮਲ ਦਾ ਫੁੱਲ ਖਿੜ ਜਾਂਦਾ ਹੈ, ਇਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਹਾੜ ਮਹੀਨੇ ਦੇ ਚੜ੍ਹੇ ਹੋਏ ਦੁਪਹਿਰ ਦੇ ਸੂਰਜ ਵਰਗੇ ਹੈ। ਸਤਿਗੁਰਾਂ ਦੇ ਅੱਖ ਵਿੱਚ ਅੱਖ ਨਹੀਂ ਪੈਂਦੀ, ਇੰਨਾ ਪ੍ਰਤਾਪ ਹੈ ਦੀਨ ਦਿਆਲ ਪਾਤਸ਼ਾਹ ਦਾ। ਤੇ ਸਿੱਖਾਂ ਦੇ ਚਿਹਰੇ ਐਂ ਖਿੜੇ ਹੋਏ ਐ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਹਨ। ਏਕ ਜਾਮ ਲਓ ਥਿਰ ਤਹ ਭਏ। ਸਤਿਗੁਰਾਂ ਪਹਿਲੇ ਦਿਨ ਗੁਰਤਾ ਗੱਦੀ ਨੂੰ ਭਾਗ ਲਾਏ, ਇੱਕ ਪਹਿਰ ਸੰਗਤਾਂ ਨੂੰ ਦਰਸ਼ਨ ਦਿੱਤੇ ਹੈ। 3 ਘੰਟੇ ਦਾ ਇੱਕ ਪਹਿਰ ਹੁੰਦਾ ਹੈ ਖਾਲਸਾ ਜੀ। ਇੱਕ ਪਹਿਰ ਦੇ ਲਾਗੇ ਗੁਰੂ ਕਲਗੀਧਰ ਸਾਹਿਬ ਜੀ ਨੇ ਰਜ ਰਜ ਸਾਰੀਆਂ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ ਐ। ਸਭਿਨ ਮਨੋਰਥ ਪੂਰਨ ਕਏ। ਤੇ ਸਭ ਦੀਆਂ ਭਾਵਨਾ ਮਨੋਕਾਮਨਾ ਸਤਿਗੁਰਾਂ ਨੇ ਪੂਰੀਆਂ ਕਰ ਦਿੱਤੀਆਂ ਹਨ। ਜਥਾ ਜੋਗ ਜੋ ਬੇਦੀ ਆਦ। ਫਿਰ ਸੰਗਤ ਜੀ ਜਿਹੜੇ ਬੇਦੀ ਕੁਲ ਦੇ ਭਾਵ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ ਵਿੱਚੋਂ ਜਿਹੜੇ ਕੋ ਪਰਿਵਾਰ ਆਏ ਹੋਏ ਸਨ, ਸਨਮਾਨੇ ਦੀਨੋ ਅਹਲਾਦ। ਸਤਿਗੁਰਾਂ ਨੇ ਸਭ ਨੂੰ ਅਹਲਾਦ ਕਹੀਏ ਸਤਿਕਾਰ ਆਨੰਦ ਬਖਸ਼ਿਸ਼ ਕੀਤਾ। ਗੁਰੂ ਨਾਨਕ ਸਾਹਿਬ ਦਾ ਪਰਿਵਾਰ, ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ ਚੱਲਦੀ ਹੈ ਨਾ। ਗੁਰੂ ਨਾਨਕ ਸਾਹਿਬ ਦਾ ਪੋਤਰਾ ਸੀ ਬਾਬਾ ਧਰਮਚੰਦ ਜੀ, ਉੱਥੋਂ ਅੰਸ਼ ਬੰਸ ਗੁਰੂ ਨਾਨਕ ਸਾਹਿਬ ਦੀ ਚੱਲਦੀ ਹੈ ਅੱਗੇ। ਤੇ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ ਵਿੱਚੋਂ ਵੀ ਪਰਿਵਾਰ ਆਏ ਹੋਏ ਹੈ। ਤੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਵੀ ਇਹ ਗੱਦੀ ਗੁਰੂ ਨਾਨਕ ਸਾਹਿਬ ਦੀ ਹੈ, ਤਾਂ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਜਿਹੜੇ ਆਏ ਹੋਏ ਅੰਸ਼ ਬੰਸ ਵਿੱਚੋਂ ਉਹਨਾਂ ਨੂੰ ਬੜਾ ਭਾਰੀ ਆਨੰਦ, ਬੜਾ ਭਾਰੀ ਮਾਣ ਸਤਿਕਾਰ ਬਖਸ਼ਿਆ ਹੈ। ਸੰਤ ਮਹੰਤ ਮਸੰਦ ਜੀ ਬ੍ਰਿੰਦ। ਹੋਰ ਸੰਗਤ ਜੀ ਜਿਹੜੇ ਕੋ ਸੰਤ ਆਏ ਹੈ, ਕੋ ਮਹੰਤ ਕੋਈ ਮਸੰਦ ਆਏ ਸਨ, ਜਿਹੜੇ ਕੋ ਪੂਜਨੀਕ ਸੰਤ ਮਹਾਤਮਾ ਤੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਮਹਾਰਾਜ ਦੀ ਸਭਾ ਵਿੱਚ ਬੈਠੇ ਹੋਏ ਐ। ਦੀਨ ਆਨੰਦ ਬਿਲੰਦ ਮੁਕੰਦ। ਮੁਕਤੀ ਦਾਤੇ ਗੁਰੂ ਕਲਗੀਧਰ ਸਾਹਿਬ ਨੇ ਸਾਰਿਆਂ ਆਇਆਂ ਹੋਇਆਂ ਨੂੰ ਬੜਾ ਮਾਣ, ਬੜਾ ਸਤਿਕਾਰ ਸਿਰੋਂ ਪਾਓ ਤੇ ਬੜੇ ਦੁਸ਼ਾਲੇ ਬਖਸ਼ਿਸ਼ਾਂ ਕੀਤੀਆਂ ਹਨ। ਸਭ ਦਿਸ ਦੇਖਤ ਉਠੇ ਗੁਸਾਈ। ਦੀਵਾਨ ਇੱਕ ਪੈਰ ਸਜਿਆ, 3 ਘੰਟੇ ਦੇ ਲਾਗੇ ਸੰਗਤਾਂ ਨੂੰ ਮਹਾਰਾਜ ਨੇ ਦਰਸ਼ਨ ਬਖਸ਼ੇ। ਫਿਰ ਸਤਿਗੁਰੂ ਦੀਵਾਨ ਤੋਂ ਉੱਠ ਖੜੇ ਹੋਏ ਤਖਤ ਤੋਂ ਤੇ ਮਹਾਰਾਜ 4 ਚਫੇਰੇ ਸੰਗਤਾਂ ਵੱਲ ਵਹਿੰਦੇ ਜਾਂਦੇ ਹਨ ਜੀ। ਕਰ ਧਰ ਧਨ ਸਰ ਦੁੱਤ ਬਹੁ ਪਾਈ। ਇਦਾਂ ਸੰਗਤ ਜੀ ਮਹਾਰਾਜ ਦੇ ਹੱਥ ਦੇ ਵਿੱਚ ਧਨੁਸ਼ ਪਕੜਿਆ ਹੋਇਆ ਕਮਾਨ, ਤੇ ਐਨ ਜਿਵੇਂ ਕੋਈ ਜੰਗੀ ਜਰਨੈਲ ਜਾਂਦਾ ਹੈ। ਸਤਿਗੁਰਾਂ ਦੇ ਹੱਥ ਦੇ ਵਿੱਚ ਧਨੁਸ਼ ਪਕੜਿਆ ਗਾਤਰੇ ਸ਼੍ਰੀ ਸਾਹਿਬ ਹੈ। ਕਮਰ ਕੱਸੇ ਕਟਾਰ ਸੀਸ ਤੇ ਕਲਗੀ ਸੋਭਾ ਪਾਉਂਦੀ ਗਰੀਬ ਨਵਾਜ ਸਭਾ ਤੋਂ ਉੱਠ ਕੇ ਆਪਣੇ ਘਰ ਵਾਲੇ ਪਾਸੇ ਨੂੰ ਤੁਰ ਪਏ ਹਨ। ਸਾਥ ਕਿਰਪਾਲ ਲਈ ਚੱਲ ਆਏ। ਤੇ ਮਾਮਾ ਕਿਰਪਾਲ ਚੰਦ ਜੀ ਨਾਲ ਹੈ, ਅੱਗੇ ਅੱਗੇ ਮਾਮਾ ਕਿਰਪਾਲ ਚੰਦ ਜੀ ਨਾਲ ਤੁਰੇ ਜਾਂਦੇ ਹੈ ਤੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਆ ਰਹੇ ਹਨ। ਜਿਤ ਕਿਤ ਸਿੱਖ ਸੰਗਤ ਸਮੁਦਾਏ। ਜਦੋਂ ਸਤਿਗੁਰੂ ਦੀਵਾਨ ਵਿੱਚੋਂ ਉੱਠ ਕੇ ਤੁਰ ਪਏ, ਜਿਹੜੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈਆਂ ਸਨ, ਗਰੀਬ ਜਾਰਨ ਖਰੇ ਨਿਹਾਰੈ। ਸਭ ਖੜੇ ਹੋ ਗਏ। ਮਹਾਰਾਜ ਜਦੋਂ ਪੰਡਾਲ ਚੋਂ ਉੱਠੇ ਐ, ਸਭ ਸਿੱਖ ਵੀ ਖੜੇ ਹੋ ਗਏ ਐ ਤੇ ਸਾਰੀਆਂ ਸੰਗਤਾਂ ਗੁਰੂ ਕਲਗੀਧਰ ਸਾਹਿਬ ਨੂੰ ਜਾਂਦਿਆਂ ਹੋਇਆਂ ਮੱਥਾ ਟੇਕਦੇ ਐ, ਦਰਸ਼ਨ ਕਰਦੇ ਐ। ਕਈ ਗਲੀਆਂ ਚੋਂ ਮਹਾਰਾਜ ਲੰਘਦੇ ਤੇ ਗਲੀਆਂ ਦੇ ਅਟਾਰੀਆਂ ਤੇ ਛੱਤਾਂ ਤੇ ਚੜੇ ਹੋਏ ਲੋਕ ਛੱਤਾਂ ਤੋਂ ਚੜ ਕੇ ਗੁਰੂ ਕਲਗੀਧਰ ਸਾਹਿਬ ਦਾ ਸੁੰਦਰ ਦਰਸ਼ਨ ਕਰਦੇ ਐ। ਮਹਾਰਾਜ ਜਿਸ ਗਲੀ ਵਿੱਚੋਂ ਲੰਘਦੇ ਐ, ਸਿੱਖ ਛੱਤਾਂ ਦੇ ਉੱਪਰੋਂ ਫੁੱਲਾਂ ਦੀ ਵਰਖਾ ਕਰਦੇ ਐ, ਚੰਦਨ ਛਿੜਕਿਆ ਜਾ ਰਿਹਾ ਹੈ, ਧੂਫ ਧੁਖਾਈ ਜਾ ਰਹੀ ਹੈ, ਨਗਾਰੇ ਨਰਸਿੰਗੇ ਧੌਂਸੇ ਵੱਜ ਰਹੇ ਐ, ਸ਼ੰਖ ਵਜਾਏ ਜਾ ਰਹੇ ਹਨ। ਬੰਦ ਬੰਦ ਕਰ ਬੰਧਨ ਧਾਰੈ। ਸੰਗਤਾਂ ਹੱਥ ਜੋੜ ਕੇ ਖੜੀਆਂ ਹੋਈਆਂ, ਦੂਰੋਂ ਆਉਂਦਿਆਂ ਮਹਾਰਾਜ ਨੂੰ ਵੇਖ ਵੇਖ ਕੇ ਸਾਰੀਆਂ ਸੰਗਤਾਂ ਹੱਥ ਜੋੜ ਨਮਸਕਾਰਾਂ ਕਰਦੀਆਂ, ਸੀਸ ਝੁਕਾਉਂਦੀਆਂ ਹਨ। ਮੰਦ ਮੰਦ ਗਮਨੇ ਨਿਜ ਪੌਰ। ਧੀਰੇ ਧੀਰੇ ਹੌਲੀ ਹੌਲੀ ਮਹਾਰਾਜ ਐਨ ਮੜਕ ਨਾਲ ਚੱਲਦੇ ਸੱਚੇ ਪਾਤਸ਼ਾਹ ਜੀ ਆਪਣੇ ਘਰ ਨੂੰ ਆ ਗਏ ਹਨ ਜੀ। ਪਹੁੰਚਤ ਭੇ ਸੋਢੀ ਸਿਰ ਮੌਰ। ਗੁਰੂ ਕੇ ਮਹਿਲਾਂ ਵਿੱਚ
ਸੋਢੀ ਕੁਲ ਦੇ ਸ਼੍ਰੋਮਣੀ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਆ ਪਹੁੰਚੇ ਹਨ। ਉਤਰ ਤੁਰੰਗ ਤੇ ਅੰਤਰ ਗਏ। ਮਹਾਰਾਜ ਘੋੜੇ ਤੋਂ ਉਤਰੇ ਤੇ ਆਪਣੇ ਘਰ ਦੇ ਅੰਦਰ ਵੜ ਗਏ ਹਨ ਜੀ। ਜੁਗ ਮਾਤਨ ਕੋ ਦੇਖਤ ਭਏ। ਤੇ ਮਾਤਾ ਬੈਠੀਆਂ ਹੋਈਆਂ ਸੀ, ਮਾਤਾ ਗੁਜਰ ਕੌਰ ਮਾਂ ਤੇ ਦਾਦੀ ਮਾਤਾ ਨਾਨਕੀ ਜੀ, ਦੋਵੇਂ ਮਾਤਾਵਾਂ ਜਿੱਥੇ ਬੈਠੀਆਂ ਸਨ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾਦੀ ਮਾਂ ਤੇ ਮਾਤਾ ਗੁਜਰ ਕੌਰ ਜੀ ਕੋਲ ਆ ਪਹੁੰਚੇ ਐ। ਪ੍ਰਥਮ ਨਾਨਕੀ ਕੋ ਕਰ ਨਮੋ। ਪਹਿਲਾਂ ਦਾਦੀ ਨੂੰ ਮੱਥਾ ਟੇਕਿਆ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ, ਪਿਖ ਪੋਤਰੀ ਕੀ ਸਭ ਤਿਹ ਸਮੋ। ਤੇ ਫਿਰ ਮਾਤਾ ਗੁਜਰ ਕੌਰ ਨੂੰ ਮੱਥਾ ਟੇਕਿਆ। ਜਦੋਂ ਦਾਦੀ ਮਾਂ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਮੱਥਾ ਟੇਕਿਆ ਤੇ ਮਾਤਾ ਨਾਨਕੀ ਦਾਦੀ ਨੇ ਆਪਦੇ ਪੋਤਰੇ ਗੁਰੂ ਕਲਗੀਧਰ ਸਾਹਿਬ ਦੀ ਜਦੋਂ ਸੋਭਾ ਵੇਖੀ ਹੈ, ਐਨ ਦਗ ਦਗ ਕਰਦਾ ਚਿਹਰਾ ਵੇਖਿਆ ਹੈ। ਅਤ ਆਨੰਦ ਮੈਂ ਹਿਰਦੈ ਹੋਈ। ਤੇ ਮਾਤਾ ਨਾਨਕੀ ਦੇ ਮਨ ਨੂੰ ਠੰਡ ਪੈ ਗਈ ਹੈ। ਐਨ ਜਿਹੜਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦ ਹੋਣੇ ਕਰਕੇ ਮਾਤਾ ਨਾਨਕੀ ਦੇ ਅੰਦਰ ਵਿਜੋਗ ਸੀ ਨਾ, ਬਿਰਹੋਂ, ਜਦੋਂ ਗੁਰੂ ਕਲਗੀਧਰ ਸਾਹਿਬ ਦਾ ਜੇ ਦਰਸ਼ਨ ਕੀਤਾ ਤੇ ਮਨ ਵਿੱਚੋਂ ਜਿਹੜਾ ਦੁੱਖ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ, ਉਹ ਸਾਰਾ ਛਈਮਈ ਹੋ ਗਿਆ ਹੈ। ਮਾਤਾ ਨਾਨਕੀ ਜੀ ਨੂੰ ਗੋਡੇ ਗੋਡੇ ਚਾ ਚੜ ਗਿਆ ਹੈ। ਚਿੰਤਾ ਸੰਕਟ ਮਨ ਤੇ ਖੋਈ। ਮਨ ਦੇ ਵਿੱਚ ਜਿਹੜੀ ਚਿੰਤਾ ਸੀ ਨਾ ਵੀ ਹੁਣ ਕੀ ਬਣੇਗਾ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਹੈ ਤੇ ਗੋਬਿੰਦ ਰਾਏ ਛੋਟੀ ਉਮਰ ਦੇ ਹੈ, ਕੀ ਬਣੇਗਾ, ਇਹ ਕਿਵੇਂ ਸੰਭਾਲਣਗੇ ਏਡਾ ਵੱਡਾ ਗੁਰੂ ਨਾਨਕ ਸਾਹਿਬ ਦਾ ਘਰ। ਤਾਂ ਜਦੋਂ ਅੱਜ ਪਹਿਲੇ ਦਿਨ ਮਹਾਰਾਜ ਗੁਰੂ ਕਲਗੀਧਰ ਸਾਹਿਬ ਨੇ ਸੰਗਤਾਂ ਵਿੱਚ ਵਿਚਰੇ ਬੈਠੇ ਹੈ ਤੇ ਮਾਤਾ ਨਾਨਕੀ ਜੀ ਨੂੰ ਵੇਖ ਕੇ ਸਾਰੀਆਂ ਚਿੰਤਾ ਮਾਤਾ ਦੀਆਂ ਜਿਹੜੀਆਂ ਦੂਰ ਹੋ ਗਈਆਂ। ਜਾਣ ਲਿਆ ਵੀ ਸਾਡੇ ਪੋਤਰੇ ਗੁਰੂ ਕਲਗੀਧਰ ਸਾਹਿਬ ਜੀ ਸਰਬ ਕਲਾ ਸਮਰਾਥੇ ਹੈ, ਇਹ ਸਾਰਾ ਕੁਝ ਸੰਭਾਲ ਸਕਦੇ ਹਨ। ਨਿਕਟ ਬਿਠਾਏ ਸੂੰਘਤੀ ਭਾਲ। ਤੇ ਲਾਗੇ ਭਾਲਿਆ ਪੋਤਰੇ ਨੂੰ ਮਾਤਾ ਨਾਨਕੀ ਨੇ ਆਪਦੇ ਆਸਣ ਦੇ ਲਾਗੇ ਭਾ ਕੇ ਨਾ ਤੇ ਗਲ ਵਕੜੀ ਵਿੱਚ ਲੈ ਲਿਆ ਤੇ ਮੱਥਾ ਚੁੰਮਿਆ ਗੁਰੂ ਕਲਗੀਧਰ ਸਾਹਿਬ ਜੀ ਦਾ। ਵਾਰਿਓ ਉਪਰ ਦਰਬ ਵਿਸਾਲ। ਤੇ ਮਾਇਆ ਕੱਢ ਕੇ ਨਾ ਪੱਲੇ ਚੁੰਨੀ ਲੜੋਂ ਮਾਇਆ ਖੋਲ ਕੇ ਦਾਦੀ ਮਾਂ ਨੇ ਤੇ ਮਾਇਆ ਖੁੱਲੀ ਕੱਢ ਕੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿਰ ਤੋਂ ਵਾਰਨਾ ਕੀਤੀ ਹੈ। ਪਠਿਓ ਵਹਿਰ ਜਾਚ ਕਨ ਦੀਜੈ। ਤੇ ਸਿੱਖ ਨੂੰ ਦੇ ਦਿੱਤਾ ਵੀ ਜਾਓ ਇਹ ਮਾਇਆ ਬਾਹਰ ਕਿਸੇ ਮੰਗਣ ਵਾਲੇ ਨੂੰ ਦੇ ਦਿਓ ਜੀ। ਸਭ ਤੇ ਸ਼ੁਭ ਅਸੀਸ ਕੋ ਲੀਜੈ। ਤੇ ਸਾਰਿਆਂ ਤੋਂ ਅਸੀਸਾਂ ਲਓ। ਖੁੱਲੀ ਮਾਇਆ ਗੁਰੂ ਕਲਗੀਧਰ ਸਾਹਿਬ ਦੇ ਸਿਰ ਤੋਂ ਵਾਰ-ਵਾਰ ਕੇ ਤੇ ਬਾਹਰ ਵੰਡੀ ਜਾ ਰਹੀ ਹੈ। ਸਾਰਿਆਂ ਤੋਂ ਅਸੀਸਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਸ਼ੁਭ ਅਸੀਸਾਂ, ਜਿਉਂਦੇ ਰਹੋ, ਜਵਾਨੀਆਂ ਮਾਣੋ, ਐਸੀਆਂ ਅਸੀਸਾਂ ਮਾਤਾ ਨਾਨਕੀ ਕਹਿੰਦੇ ਲਓ ਇਹ ਮਾਇਆ ਵੰਡੋ ਬਾਹਰ ਮੰਗਣ ਵਾਲਿਆਂ ਨੂੰ, ਉਹਨਾਂ ਤੋਂ ਅਸੀਸਾਂ ਪ੍ਰਾਪਤ ਕਰੋ ਜੀ। ਚਿਤਵਤ ਭਈ ਬਾਕ ਬਰ ਪਤ ਕੇ। ਸੰਗਤ ਜੀ, ਮਾਤਾ ਨਾਨਕੀ ਨੂੰ ਨਾ ਆਪਦੇ ਪਤੀ ਦੇ ਬਚਨ ਚੇਤੇ ਆਉਂਦੇ। ਮਾਤਾ ਨਾਨਕੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪਤਨੀ ਸੀਗੇ ਮਾਤਾ ਨਾਨਕੀ ਜੀ। ਤੇ ਮਾਤਾ ਨਾਨਕੀ ਨੂੰ ਹੁਣ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਸੀ ਨਾ, ਗੁਰੂ ਕਲਗੀਧਰ ਸਾਹਿਬ ਵੱਲ ਵੇਖ ਕੇ ਨਾ, ਪੋਤਰੇ ਵੱਲ, ਤੇ ਮਾਤਾ ਨਾਨਕੀ ਜੀ ਨੂੰ ਆਪਦੇ ਪਤੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਆਉਣ ਯਾਦ ਲੱਗ ਪਏ ਆ। ਭਾਖੇ ਚਿਰੰਕਾਲ ਭਾਹਿਤ ਕੇ। ਵੀ ਜਿਹੜੇ ਬਚਨ ਗੁਰੂ ਕਲਗੀਧਰ ਸਾਹਿਬ ਦੇ ਅਵਤਾਰ ਬਾਬਤ ਕਦੇ ਗੁਰੂ ਹਰਗੋਬਿੰਦ ਸਾਹਿਬ ਨੇ ਆਖੇ ਸਨਗੇ। ਸੰਗਤ ਜੀ, ਇੱਕ ਵਾਰੀ ਨਾ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਮਹਾਰਾਜ ਦਾ ਅੰਤਲਾ ਸਮਾਂ ਸੀ, 6ਵੇਂ ਪਾਤਸ਼ਾਹ ਦਾ, ਸਤਿਗੁਰਾਂ ਸੱਚਖੰਡ ਚਾਲਾ ਪਾਉਣਾ ਸੀ। ਗੁਰਤਾ ਗੱਦੀ 6ਵੇਂ ਪਾਤਸ਼ਾਹ ਨੇ ਆਪਦੇ ਪੋਤਰੇ ਨੂੰ, ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ, ਤੇ ਗੁਰੂ ਹਰ ਰਾਏ ਸਾਹਿਬ ਬਾਬੇ ਗੁਰਦਿੱਤਾ ਜੀ ਦੇ ਪੁੱਤ ਸੀ ਅੱਗੇ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ। ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਭਾਵ ਆਪਦੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਦੇ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਦੇ 3 ਮਹਿਲ ਸਨਗੇ, ਸਤਿਗੁਰਾਂ ਦੇ 3 ਵਿਵਾਹ ਸੀ ਗੁਰੂ ਹਰਗੋਬਿੰਦ ਸਾਹਿਬ ਦੇ। ਜਿਹੜੇ ਵੱਡੇ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਿਲ, ਉਹ ਸੀ ਮਾਤਾ ਦਮੋਦਰੀ ਜੀ। ਮਾਤਾ ਦਮੋਦਰੀ ਦੇ ਪੇਟੋਂ ਬਾਬਾ ਗੁਰਦਿੱਤਾ ਜੀ ਤੇ ਬੀਬੀ ਵੀਰੋ ਸਨ, 2 ਸੀ। ਮਾਤਾ ਦਮੋਦਰੀ ਦੇ ਪੁੱਤਰ ਸੀ ਬਾਬਾ ਗੁਰਦਿੱਤਾ ਤੇ ਇੱਕ ਬੀਬੀ ਵੀਰੋ। ਤੇ ਉਸ ਤੋਂ ਛੋਟੇ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸੀ ਮਾਤਾ ਮਰਵਾਹੀ ਜੀ। ਮਾਤਾ ਮਰਵਾਹੀ ਦੇ 2 ਸਾਹਿਬਜ਼ਾਦੇ ਸੀ, ਇੱਕ ਬਾਬਾ ਸੂਰਜਮਲ ਤੇ ਉਸ ਤੋਂ ਛੋਟਾ ਬਾਬਾ ਅਣੀ ਰਾਏ, 2 ਸੀ। ਸਭ ਤੋਂ ਛੋਟੇ ਮਹਿਲ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਧੰਨ ਮਾਤਾ ਨਾਨਕੀ ਜੀ।
ਇਹਨਾਂ ਦੇ ਪੁੱਤਰ ਸੀ ਦੋ, ਵੱਡੇ ਬਾਬਾ ਅਟਲ ਰਾਏ ਤੇ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਸਨਗੇ ਤੇ ਇੱਕ ਧੀ ਸੀ ਧੰਨ ਬੀਬੀ ਵੀਰੋ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਗੱਦੀ ਦੇ ਦਿੱਤੀ ਆਪਦੇ ਵੱਡੇ ਪਰਿਵਾਰ ਵਿੱਚੋਂ ਗੁਰੂ ਹਰ ਰਾਏ ਸਾਹਿਬ ਨੂੰ, ਆਪਦੇ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ। ਜਦੋਂ ਸਾਧ ਸੰਗਤ ਜੀ ਤੇ ਪਤਾ ਲੱਗ ਗਿਆ ਸਾਰੀਆਂ ਸੰਗਤਾਂ ਨੂੰ ਵੀ 6ਵੇਂ ਪਾਤਸ਼ਾਹ ਦਾ ਅੰਤਲਾ ਸਮਾਂ ਆ ਗਿਆ, ਮਹਾਰਾਜ ਸੱਚਖੰਡ ਚਾਲਾ ਪਾਉਣਗੇ। ਇੱਕ ਰਾਤ, ਜਿਵੇਂ ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸੱਚਖੰਡ ਚਾਲਾ ਪਾਉਣਾ ਹੈ, ਉਦੋਂ ਇੱਕ ਰਾਤ ਪਹਿਲਾਂ ਮਹਾਰਾਜ ਪ੍ਰਸ਼ਾਦਾ ਛਕ ਰਹੇ ਤੇ ਮਾਤਾ ਨਾਨਕੀ ਜੀ ਪ੍ਰਸ਼ਾਦਾ ਛਕਾ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ ਨੂੰ। ਮਾਤਾ ਨਾਨਕੀ ਜੀ ਨੇ ਪ੍ਰਸ਼ਾਦਾ ਲਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਇਆ ਤੇ ਨਾਲੇ ਮਹਾਰਾਜ ਪ੍ਰਸ਼ਾਦਾ ਛਕੀ ਜਾਣ ਤੇ ਮਾਤਾ ਨਾਨਕੀ ਜੀ ਕੋਲ ਖੜੇ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀਆਂ ਕਰੀ ਜਾਣ, ਆਖਣ ਮਹਾਰਾਜ ਬਾਬਾ ਅਟਲ ਰਾਏ ਚੜ੍ਹਾਈ ਕਰ ਚੁੱਕੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾ ਸੀ ਨਾ ਜਿਹੜੇ, ਉਹ 13 ਸਾਲ ਦੀ ਉਮਰ ਸੀ, ਅੰਮ੍ਰਿਤਸਰ ਸਾਹਿਬ ਚੜ੍ਹਾਈ ਕਰ ਗਏ ਸੀ, ਸੱਚਖੰਡ ਚਾਲਾ ਮਾਰ ਗਏ। ਤਾਂ ਜਿਹੜਾ ਅਟਲ ਰਾਏ ਗੁਰਦੁਆਰਾ ਸਾਹਿਬ ਆ ਨਾ ਅੰਮ੍ਰਿਤਸਰ ਸਾਹਿਬ, ਬਾਬਾ ਅਟਲ, ਉਹ 13 ਮੰਜ਼ਿਲਾ ਹੈ, ਕਿਉਂਕਿ ਬਾਬਾ ਅਟਲ ਰਾਏ ਦੀ ਉਮਰ 13 ਸਾਲ ਸੀ। ਤੇ ਗੁਰੂ ਤੇਗ ਬਹਾਦਰ ਫਿਰ ਇਕੱਲੇ ਰਹਿ ਗਏ, ਮਾਤਾ ਨਾਨਕੀ ਦੇ ਪੁੱਤਰ। ਮਾਤਾ ਨਾਨਕੀ ਨਾਲੇ ਪ੍ਰਸ਼ਾਦਾ ਛਕਾਉਣ ਗੁਰੂ ਹਰਗੋਬਿੰਦ ਸਾਹਿਬ ਨੂੰ, ਨਾਲੇ ਮਾਤਾ ਨਾਨਕੀ ਬੇਨਤੀ ਕਰਦੇ, ਕਹਿੰਦੇ ਮਹਾਰਾਜ ਅਸੀਂ ਤੁਹਾਡੇ 3 ਪਰਿਵਾਰ ਹਾਂ, ਵੀ ਤੁਹਾਡੀਆਂ 3 ਪਤਨੀਆਂ, ਮੈਂ ਸਭ ਤੋਂ ਛੋਟੀ ਹਾਂ। ਵੱਡਾ ਪਰਿਵਾਰ ਦਮੋਦਰੀ ਦਾ ਹੈ, ਫਿਰ ਆਪਣਾ ਮਰਵਾਹੀ ਦਾ ਹੈ, ਤੇ ਮੈਂ ਸਭ ਤੋਂ ਛੋਟੀ ਹਾਂ। ਮਹਾਰਾਜ ਤੁਸੀਂ ਵੱਡੇ ਪਰਿਵਾਰ ਨੂੰ ਦਮੋਦਰੀ ਦੇ ਘਰ ਗੁਰਤਾ ਗੱਦੀ ਦੇ ਦਿੱਤੀ ਹੈ, ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ, ਤੁਹਾਡੀ ਮੌਜ ਹੈ ਮਹਾਰਾਜ, ਤੁਹਾਡੀ ਵਸਤੂ ਹੈ, ਸਾਨੂੰ ਕੋਈ ਰੰਜ ਨਹੀਂ ਹੈ। ਗੁਰਤਾ ਗੱਦੀ ਦਮੋਦਰੀ ਦੇ ਪਰਿਵਾਰ ਕੋਲ ਹੈ, ਤੇ ਜਿਹੜੀ ਵਿਚਾਲਲੀ ਸਾਡੀ ਭੈਣ ਹੈ ਮਰਵਾਹੀ, ਉਹਦੇ ਪੁੱਤ ਸੂਰਜਮਲ ਹੋਣੀ ਹੈ, ਜਿਹੜੇ ਕਿ ਬੜੇ ਸਿਆਣੇ ਆ, ਬੜੇ ਸੰਭਾਲਣ ਯੋਗ ਆ ਕਾਰਜ, ਤੇ ਤੁਸੀਂ ਉਹਨਾਂ ਨੂੰ ਵੀ ਬਖਸ਼ਿਸ਼ ਕਰ ਦਿੱਤੀ। ਸੂਰਜਮਲ ਨੂੰ ਆਖਿਆ, ਵਰਦਾਨ ਦਿੱਤਾ ਅਣੀ ਰਾਏ ਤੇ ਸੂਰਜਮਲ ਨੂੰ, ਵੀ ਤੁਹਾਨੂੰ ਸੰਗਤਾਂ ਪੂਜਿਆ ਕਰਨਗੀਆਂ, ਮੱਥੇ ਟੇਕਿਆ ਕਰਨਗੀਆਂ। ਉਸ ਪਰਿਵਾਰ ਨੂੰ ਵੀ ਤੁਸੀਂ ਕੁਛ ਦੇ ਚੱਲੇ ਹੋ। ਤੁਸੀਂ ਮਹਾਰਾਜ ਸੱਚਖੰਡ ਚਾਲਾ ਮਾਰਨਾ, ਤੇ ਮਹਾਰਾਜ ਮੈਨੂੰ ਕੀ ਦਿੱਤਾ? ਮੇਰਾ ਇੱਕ ਪੁੱਤਰ ਅਟਲ ਰਾਏ 13 ਸਾਲ ਦੀ ਉਮਰ ਵਿੱਚ ਸੱਚਖੰਡ ਚਾਲਾ ਪਾ ਗਿਆ, ਤੇ ਮੇਰੇ ਪੁੱਤਰ ਤੇਗ ਬਹਾਦਰ ਦਾ ਸੁਭਾਅ ਬਹੁਤ ਭੋਲਾ ਹੈ, ਇਹਨਾਂ ਨੂੰ ਕਿਸੇ ਨਾਲ ਵਰਤਣਾ ਨਹੀਂ ਆਉਂਦਾ। ਸਿੱਖ ਸਾਰੇ ਪਾਸੇ ਆਸੇ ਦੇ ਲੋਕ ਕਹਿੰਦੇ ਆ ਵੀ ਤੇਗ ਬਹਾਦਰ ਸਿੱਧਾ ਹੈ, ਤੇ ਮਹਾਰਾਜ ਮੇਰਾ ਪੁੱਤਰ ਦਾ ਗੁਜ਼ਾਰਾ ਕਿਵੇਂ ਹੋਏਗਾ? ਚੁਸਤੀ ਚਲਾਕੀ ਕੋਈ ਆਉਂਦੀ ਨਹੀਂ, ਵਲਛਲ ਆਉਂਦਾ ਨਹੀਂ, ਨਾ ਇਹ ਬਾਹਰ ਨਿਕਲਦੇ ਆ, ਕਿਸੇ ਕੋਲ ਬਹਿੰਦੇ ਨਹੀਂ। ਇਹਨਾਂ ਨੂੰ ਕੋਈ ਸਿੱਖ ਜਾਣਦਾ ਤੱਕ ਨਹੀਂ ਵੀ ਤੇਗ ਬਹਾਦਰ ਵੀ ਹੈ ਕੋਈ, ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਸਾਹਿਬਜ਼ਾਦਾ। ਸਾਰਾ ਦਿਨ ਅੰਦਰ ਵੜੇ ਰਹਿੰਦੇ ਹੈ, ਤੇ ਮਹਾਰਾਜ ਜੇ ਏਡੇ ਭੋਲੇ ਸੁਭਾਅ ਦਾ ਪੁੱਤਰ ਆ, ਤੁਸੀਂ ਸੱਚਖੰਡ ਚਾਲਾ ਮਾਰ ਜਾਣਾ। ਮਹਾਰਾਜ ਸਾਨੂੰ ਮੇਰਾ ਪੁੱਤਰ ਕੀ ਕਰੇਗਾ? ਗੁਰੂ ਹਰਗੋਬਿੰਦ ਸਾਹਿਬ ਨਾ ਬੋਲੇ, ਸਤਿਗੁਰੂ ਪ੍ਰਸ਼ਾਦਾ ਛਕੀ ਗਏ। ਫਿਰ ਮਾਤਾ ਨੇ ਹੱਥ ਧਵਾਏ ਗੁਰੂ ਹਰਗੋਬਿੰਦ ਸਾਹਿਬ ਦੇ, ਸਤਿਗੁਰਾਂ ਨੇ ਹੱਥ ਧੋ ਕੇ ਤੇ ਮਾਤਾ ਨੇ ਰੁਮਾਲ ਦਿੱਤਾ। 6ਵੇਂ ਪਾਤਸ਼ਾਹ ਰੁਮਾਲ ਨਾਲ ਹੱਥ ਪੂੰਝ ਕੇ ਚੰਗੀ ਤਰ੍ਹਾਂ ਮਹਾਰਾਜ ਕਹਿੰਦੇ ਨਾਨਕੀ ਝੋਲੀ ਕਰ। ਮਾਤਾ ਨਾਨਕੀ ਨੇ ਝੋਲੀ ਕੀਤੀ। 6ਵੇਂ ਪਾਤਸ਼ਾਹ ਨੇ ਰੁਮਾਲ ਹੱਥ ਦਾ ਜਿਹੜਾ ਪੂੰਝਿਆ, ਉਹ ਮਾਤਾ ਨਾਨਕੀ ਦੇ ਝੋਲੀ 'ਚ ਪਾਉਂਦਿਆਂ ਬਚਨ ਕਹੇ, ਆਖਿਆ ਨਾਨਕੀ ਜਿਸ ਤੇਗ ਬਹਾਦਰ ਨੂੰ ਤੂੰ ਭੋਲਾ ਕਹਿੰਦੀ ਹੈ, ਜਿਸ ਤੇਗ ਬਹਾਦਰ ਨੂੰ ਲੋਕ ਕਹਿੰਦੇ ਵੀ ਇਹ ਸਿੱਧਾ ਹੈ, ਬਹਿਣਾ ਉੱਠਣਾ ਨਹੀਂ ਆਉਂਦਾ, ਸਮਾਂ ਆਏਗਾ ਤੇਰਾ ਪੁੱਤ ਤੇਗ ਬਹਾਦਰ ਸਾਰੇ ਸੰਸਾਰ ਦੀ ਇੱਜ਼ਤ ਆਬਰੂ ਨੂੰ ਢੱਕ ਲਏਗਾ। ਤੇਰਾ ਪੁੱਤਰ ਤੇਗ ਬਹਾਦਰ ਇਸ ਹਿੰਦੁਸਤਾਨ ਦੀ ਲੱਥੀ ਹੋਈ ਪੱਗ ਸਿਰ ਤੇ ਰੱਖੇਗਾ। ਫਿਰ ਇਹ ਨਾ ਜਾਣ ਤੈਨੂੰ ਕੁਝ ਨਹੀਂ ਦੇ ਕੇ ਚੱਲੇ, ਅਸੀਂ ਦੱਸਣਾ ਨਹੀਂ ਸੀ ਆਉਣ ਵਾਲਾ ਸਮਾਂ, ਪਰ ਜੇ ਤੂੰ ਘਬਰਾਹਟ ਵਿੱਚ ਆਈ ਹੈ ਨਾ ਨਾਨਕੀ, ਵੀ ਇੱਕ ਘਰ ਗੁਰਤਾ ਗੱਦੀ ਚਲੀ ਗਈ ਹੈ, ਸੂਰਜਮਲ ਨੂੰ ਸੰਗਤਾਂ ਸਤਿਕਾਰ ਦੇਣਗੀਆਂ, ਤੁਸੀਂ ਵਰਦਾਨ ਕਰ ਦਿੱਤਾ ਹੈ, ਲੈ ਸੁਣ ਨਾਨਕੀ ਤੇਰੀ ਉਮਰ ਬਹੁਤ ਲੰਮੀ ਹੋਏਗੀ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਤੂੰ ਬਹੁਤ ਲੰਮੀ, ਤੂੰ ਪੜਪੋਤਰੇ ਖੜਾ ਕੇ ਜਾਏਂਗੀ, ਪੜਪੋਤਰੇ।
ਤੇ ਫਿਰ ਮਹਾਰਾਜ ਕਹਿੰਦੇ ਵੀ ਤੇਗ ਬਹਾਦਰ ਦੇ ਘਰ, ਤੇਰੇ ਘਰ ਜਿਹੜਾ ਪੋਤਰਾ ਹੋਣਾ ਹੈ, ਐਡਾ ਪ੍ਰਤਾਪੀ ਮਹਾਬਲੀ ਹੋਏਗਾ। ਵੱਡੇ ਵੱਡੇ ਸੂਰਮੇ ਜੰਗ ਦੇ ਮੈਦਾਨ ਵਿੱਚ ਉਹਦੇ ਸਾਹਮਣੇ ਖੜ ਨਹੀਂ ਸਕਿਆ ਕਰਨਗੇ। ਉਹਦੀ ਤੇਗ ਦੀ ਧਾਰ ਐਸੀ ਹੋਏਗੀ ਕਿ ਜਦੋਂ ਵਾਰ ਕਰਿਆ ਕਰਨਗੇ, ਦੁਸ਼ਮਣ ਨੇ ਉਹ ਜਾਪਿਆ ਕਰੇਗਾ ਵੀ ਜਿਵੇਂ ਕਹਿਰਾਂ ਦੀ ਅਸਮਾਨੀ ਬਿਜਲੀ ਟੁੱਟ ਪਈ ਹੋਏਗੀ। ਜਦੋਂ ਜੰਗ ਦੇ ਮੈਦਾਨ 'ਚ ਪੈਰ ਪਾਇਆ ਕਰੇਗਾ ਤੇਰਾ ਪੋਤਰਾ, ਜਿਵੇਂ ਤਲਾਬ ਦੇ ਵਿੱਚ ਮਗਰਮੱਛ ਵੜ ਜਾਂਦਾ ਤੇ ਤਲਾਬ ਐਨ ਸਾਰਾ ਹਿੱਲ ਜਾਂਦਾ ਹੈ, ਤੇਰਾ ਪੋਤਰਾ ਜਦੋਂ ਜੰਗ ਦੇ ਮੈਦਾਨ 'ਚ ਪੈਰ ਪਾਇਆ ਕਰੇਗਾ, ਸਾਰਾ ਜੰਗ ਦਾ ਮੈਦਾਨ ਹੈ ਰਿੜਕ ਦਿਆ ਕਰੇਗਾ, ਜਿਵੇਂ ਮੰਥਨ ਕਰਕੇ ਦੇਵਤਿਆਂ ਸਮੁੰਦਰ ਰਿੜਕਿਆ ਸੀਗਾ। ਆਖਿਆ ਨਾਨਕੀ, ਜੇ ਇਸ ਪ੍ਰਤਾਪੀ ਪੋਤਰੇ ਨੇ ਤੇਰੇ ਘਰ ਵਿੱਚ ਜਨਮ ਲੈਣਾ, ਸੰਸਾਰ ਵਿੱਚ ਅੱਜ ਤੱਕ ਨਾ ਕੋਈ ਉਹੋ ਜਿਹਾ ਅਵਤਾਰ ਹੋਇਆ ਹੋਵੇਗਾ, ਉਹੋ ਜਿਹਾ ਕੋਈ ਸੂਰਮਾ ਨਹੀਂ ਜੰਮਿਆ ਹੋਵੇਗਾ ਸਾਰੇ ਸੰਸਾਰ ਤੇ। ਤੇਰੇ ਪੋਤਰੇ ਵਰਗਾ ਕੋਈ ਕਵੀ ਨਹੀਂ ਹੋਏਗਾ, ਨਾਨਕੀ ਤੇਰੇ ਪੋਤਰੇ ਵਰਗਾ ਕੋਈ ਦਾਨੀ ਨਹੀਂ ਹੋਏਗਾ ਸੰਸਾਰ ਤੇ। ਨਾਨਕੀ, ਤੇਰੇ ਪੋਤਰੇ ਵਰਗਾ ਕੋਈ ਕਵੀ ਨਹੀਂ ਹੋਏਗਾ ਸੰਸਾਰ ਤੇ। ਨਾਨਕੀ, ਤੇਰੇ ਪੋਤਰੇ ਵਰਗਾ ਸੂਰਮਾ ਸੰਸਾਰ ਤੇ ਨਾ ਪਹਿਲਾਂ ਆਇਆ ਹੈ, ਨਾ ਹੋਏਗਾ, ਤੇ ਨਾ ਆਉਣ ਵਾਲੇ ਸਮੇਂ ਵਿੱਚ ਜੰਮੇਗਾ ਕੋਈ। ਜਰਵਾਣਿਆਂ ਦੇ ਨਗਾਰੇ ਮੂਧੇ ਮਾਰ ਦੇਗਾ, ਜਰਵਾਣਿਆਂ ਦੇ ਘਰਾਂ ਦੇ ਵਿੱਚ ਮਾਤਮ ਛਾ ਜਾਏਗਾ। ਜਿਹੜੇ ਪਾਸੇ ਤੇਰਾ ਪੋਤਰਾ ਨਿਗਾਹ ਮਾਰ ਲਏ ਕਰੇਗਾ, ਜਿਵੇਂ ਬੱਬਰ ਸ਼ੇਰ ਭੇਡਾਂ ਦੇ ਵੱਗ ਨੂੰ ਪੈਂਦਾ ਸਭ ਕੁਝ ਖਿਲਾਰ ਕੇ ਰੱਖ ਦਿਆ ਕਰੇਗਾ। ਵੱਡੇ ਵੱਡੇ ਜੰਗੀ ਜਰਨੈਲ ਤੇਰੇ ਪੋਤਰੇ ਦੇ ਅੱਗੇ ਜੰਗ ਦੇ ਮੈਦਾਨ 'ਚ ਚੱਪਲਾਂ ਜੋੜੇ ਛੱਡ ਕੇ ਭੱਜ ਜਾਇਆ ਕਰਨਗੇ। ਪੁੱਤ ਵੱਢਿਆ ਜਾਏ ਕਰੇਗਾ ਤੇਰੇ ਪੋਤਰੇ ਦੇ ਹੱਥੋਂ, ਤੇ ਪਿਓ ਦੀ ਲਾਸ਼ ਚੁੱਕਣ ਨਹੀਂ ਆਏਗਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਖੜਾ ਜੰਗ ਦੇ ਮੈਦਾਨ ਦੇ ਵਿੱਚ। ਇੱਦਾਂ ਦੇ ਖਾਲਸਾ ਜੀ ਵਰਦਾਨ ਛੇਵੇਂ ਪਾਤਸ਼ਾਹ ਦਈ ਜਾ ਰਹੇ ਹੈ, ਤੇ ਅਸਮਾਨ ਦੇ ਵਿੱਚ ਬੱਦਲੀ ਗੜਕ ਰਹੀ ਹੈ। ਤੇ ਜਦੋਂ ਬੱਦਲ ਗੱਜਿਆ, ਛੇਵੇਂ ਪਾਤਸ਼ਾਹ ਕਹਿੰਦੇ ਨਾਨਕੀ, ਜਿਵੇਂ ਹੁਣ ਅਸਮਾਨ ਵਿੱਚ ਬੱਦਲ ਗੱਜਦਾ ਹੈ, ਸੁਣੀਂਦਾ ਹੈ, ਤੇਰੇ ਪੋਤਰੇ ਦੇ ਜਕਾਰੇ ਨਾਰੇ ਜਿਹੜੇ ਹੈ ਉਹ ਜੰਗ ਦੇ ਮੈਦਾਨ ਵਿੱਚ ਕਾਬਲ ਤੋਂ ਕੰਧਾਰ ਤੱਕ ਸੰਸਾਰ ਦੀਆਂ 4 ਦਿਸ਼ਾਵਾਂ 'ਚ ਤੇਰੇ ਪੁੱਤਰ ਦੇ ਨਗਾਰਿਆਂ ਦੀ ਗੂੰਜ ਜਾਏਗੀ। ਫਿਰ ਸਾਧ ਸੰਗਤ ਜੀ ਮਹਾਰਾਜ ਇਹ ਬਚਨ ਕਰ ਹੀ ਰਹੇ ਸੀ ਤੇ ਬਹੁਤ ਤੇਜ਼ ਮੋਹਲੇ ਧਾਰ ਮੀਂਹ ਪੈਣ ਲੱਗਿਆ। ਮਹਾਰਾਜ ਕਹਿੰਦੇ ਵੇਖ ਨਾਨਕੀ, ਜਿਵੇਂ ਬਾਹਰ ਬਾਰਿਸ਼ ਪੈਂਦੀ ਪਰਨਾਲੇ ਚੱਲਦੇ ਐ, ਤੇਰਾ ਪੋਤਰਾ ਜੰਗ ਦੇ ਮੈਦਾਨ ਵਿੱਚ ਦੁਸ਼ਟਾਂ ਦੇ ਖੂਨ ਦੇ ਪਰਨਾਲੇ ਚਲਾ ਦੇਗਾ, ਜਿਵੇਂ ਬਾਹਰਲੇ ਪਾਸੇ ਮੋਹਲੇ ਧਾਰ ਮੀਂਹ ਪੈਂਦਾ। ਇੱਦਾਂ ਫਿਰ ਸਾਧ ਸੰਗਤ ਜੀ ਚੱਲਦੇ ਬਾਰਿਸ਼ ਵਿੱਚ ਜਦੋਂ ਹਨੇਰ ਆਉਂਦਾ ਨਾ, ਤੇ ਉੱਦਾਂ ਬੁੱਲੇ ਆਉਣੇ ਸ਼ੁਰੂ ਹੋ ਗਏ। ਛੇਵੇਂ ਪਾਤਸ਼ਾਹ ਕਹਿੰਦੇ ਵੇਖ ਨਾਨਕੀ, ਜਿਵੇਂ ਚੱਕਰਵਾਤ ਪੈਂਦੇ ਐ, ਜਿਵੇਂ ਭੌਂ ਭੌਂ ਕੇ ਚੜੇ ਹਨੇਰ ਵਿੱਚ ਬਾਰਿਸ਼ ਇੱਦਾਂ ਵਰੋਲੇ ਬਨ ਬਨ ਕੇ ਆਉਂਦੀ ਹੈ, ਇੱਦਾਂ ਤੇਰੇ ਪੁੱਤਰ ਦਾ ਸਾਜਿਆ ਖਾਲਸਾ ਦੁਸ਼ਟਾਂ ਦੇ ਉੱਪਰ ਟੁੱਟ ਟੁੱਟ ਕੇ ਪਏ ਕਰੇਗਾ। ਇੱਦਾਂ ਦੇ ਬੜੇ ਵਰਦਾਨ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਨਾਨਕੀ ਨੂੰ ਬਖਸ਼ੇ। ਤੇ ਆਖਿਆ ਤੂੰ ਸਾਰਾ ਕੁਝ ਵੇਖ ਕੇ ਚੜ੍ਹਾਈ ਕਰੇਂਗੀ, ਪੜਪੋਤਰੇ ਖੜਾ ਕੇ ਜਾਏਂਗੀ। ਤਾਂ ਸਾਧ ਸੰਗਤ ਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ 10ਵੇਂ ਪਾਤਸ਼ਾਹ ਦਾ ਜਨਮ ਨਾ ਹੋਇਆ, ਬਹੁਤ ਲੰਮਾ ਸਮਾਂ ਲੰਘ ਗਿਆ। ਮਾਤਾ ਨਾਨਕੀ ਜੀ ਬੜਾ ਫਿਕਰ ਕਰਦੇ ਸੀ ਵੀ ਕਦੋਂ 6ਵੇਂ ਪਾਤਸ਼ਾਹ ਦੇ ਬਚਨ ਪੂਰੇ ਹੋਣਗੇ। ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਹੈ, ਤੇ ਗੁਰੂ 10ਵੇਂ ਪਾਤਸ਼ਾਹ ਗੱਦੀ ਤੇ ਬੈਠੇ ਨਾ, ਪਹਿਲੇ ਦਿਨ ਮਹਾਰਾਜਾ ਜੀ ਦੀਵਾਨ ਵਿੱਚ ਗਏ ਤੇ ਸੰਗਤਾਂ ਇੰਨਾ ਪ੍ਰੇਮ ਜਨਾਇਆ, ਘੋੜਿਆਂ ਨਾਲ ਤਬੇਲੇ ਭਰ ਗਏ ਹੈ, ਸ਼ਾਸਤਰ ਰੱਖਣ ਨੂੰ ਥਾਂ ਨਹੀਂ ਬਚਿਆ ਕਿਤੇ। ਸੋਨੇ ਚਾਂਦੀ ਦੇ ਆਡੇ ਆਡੇ ਅੰਬਾਰ ਲੱਗ ਗਏ, ਸਿੱਖਾਂ ਤੋਂ ਮਾਇਆ ਗਿਣੀ ਨਹੀਂ ਜਾ ਰਹੀ। ਤੇ 10ਵੇਂ ਪਾਤਸ਼ਾਹ ਮਹਾਰਾਜ ਦਾ ਤੇਜ ਪ੍ਰਤਾਪ ਪੌਣੇ 10 ਸਾਲ ਦੀ ਉਮਰ ਵਿੱਚ ਝੱਲਿਆ ਨਹੀਂ ਜਾ ਰਿਹਾ ਕਿਸੇ ਤੋਂ। ਤੇ ਜਦੋਂ ਮਾਤਾ ਨਾਨਕੀ ਨੇ ਪੋਤਰਾ ਇੱਦਾਂ ਐਨ ਤਿਆਰ ਬਰ ਤਿਆਰ ਘੋੜੇ ਤੋਂ ਉਤਰਦਾ ਵੇਖਿਆ 10ਵੇਂ ਪਾਤਸ਼ਾਹ ਕਲਗੀਧਰ ਸਾਹਿਬ ਗੁਰੂ ਗੋਬਿੰਦ ਰਾਏ, ਤੇ ਮਾਤਾ ਨਾਨਕੀ ਆਪਦੇ ਪਤੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਕਹੇ ਹੋਏ ਜਿਹੜੇ ਕਦੇ 20-25-30 ਸਾਲ ਪਹਿਲਾਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਾਤਾ ਨਾਨਕੀ ਉਹ ਸਾਰਾ ਕੁਝ ਯਾਦ ਕਰਦੇ ਹੈ ਵੀ ਮੇਰੇ ਪਤੀ ਨੇ ਜਿਹੜੇ ਬਚਨ ਆਖੇ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਅੱਜ ਉਹ ਬਚਨ ਮੈਂ ਸਾਹਮਣੇ ਪੂਰੇ ਪ੍ਰਤੱਖ ਪ੍ਰਗਟ ਹੁੰਦੇ ਵੇਖ ਰਹੀ ਹਾਂ। ਭਾਖੇ ਚਿਰੰਕਾਲ ਭਾਹਿਤ ਕੇ, ਜਿਹੜੇ ਬਚਨ ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ ਨੇ
ਕਦੇ ਮੈਨੂੰ ਆਖੇ ਸੀ ਵੀ ਇਹੋ ਜਿਹਾ ਪ੍ਰਤਾਪੀ ਪੋਤਰੇ ਦੀ ਦਾਦੀ ਬਣੇਗੀ, ਉਹ ਬਚਨ ਅੱਜ ਮੇਰੇ ਸਾਹਮਣੇ ਪ੍ਰਗਟ ਪ੍ਰਤੱਖ ਹੋ ਰਹੇ ਐ ਪੋਤਰਾ ਹੋਏ ਵਿਸਾਲ ਪ੍ਰਤਾਪੀ। ਕਿ ਤੇਰੇ ਘਰ ਵਿੱਚ ਬੜਾ ਪ੍ਰਤਾਪੀ ਮਹਾਬਲੀ ਪੋਤਰਾ ਪੈਦਾ ਹੋਏਗਾ, ਪਾਪੀ ਨਰਨ ਕਲਾਪਨ ਖਾਪੀ। ਜਿਹੜਾ ਪਾਪੀਆਂ ਨੂੰ, ਪਾਪੀ ਮਨੁੱਖਾਂ ਨੂੰ ਨਾਸ਼ ਕਰ ਦੇਵੇਗਾ, ਬਹੁਤੇ ਪਾਪੀ ਨਰਾਂ ਨੂੰ ਖਪਾ ਦੇਵੇਗਾ, ਲੱਭਣਗੇ ਨਹੀਂ। ਸ਼੍ਰੀ ਨਾਨਕ ਕੋ ਉਜਲ ਨਾਮੂ। ਵਰਦਾਨ ਕੀਤਾ ਸੀ ਛੇਵੇਂ ਪਾਤਸ਼ਾਹ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਾਵਨ ਪਵਿੱਤਰ ਉਜਲ ਨਾਮ ਹੈ, ਕਰਹ ਅਧਿਕਤਾ ਜਗ ਅਭਿਰਾਮੂ। ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਬੜੀ ਦੂਰ ਤੱਕ ਫੈਲਾ ਦੇਵੇਗਾ, ਐਸਾ ਪੋਤਰਾ ਹੋਵੇਗਾ। ਸਿਮਰ ਸਿਮਰ ਸੁਖ ਪਾਏ ਬਡੇਰਾ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਯਾਦ ਕਰ ਕਰਕੇ ਨਾ ਮਾਤਾ ਨਾਨਕੀ ਦੀ ਛਾਤੀ ਠਰਦੀ ਹੈ, ਬੜਾ ਸੁਖ ਪ੍ਰਾਪਤ ਹੁੰਦਾ ਹੈ। ਬਾਹਰ ਬਾਹਰ ਤਬ ਸ੍ਰੀ ਮੁਖ ਹੀਰਾ। ਤੇ ਵਾਰ-ਵਾਰ ਪੋਤਰੇ ਗੁਰੂ ਕਲਗੀਧਰ ਸਾਹਿਬ ਦਾ ਮੁਖ ਦਾਦੀ ਵੇਖਦੀ ਹੈ, ਹਾਥ ਸਪਰਸ਼ਤ ਸੁਤ ਕੇ ਸੁਤ ਕੋ। ਤੇ ਮਹਾਰਾਜ ਦੇ ਸੋਹਣੇ ਹੱਥਾਂ ਨਾਲ ਮਹਾਰਾਜ ਦਾ ਮੁਖੜਾ ਸਪਰਸ਼ ਕਰਦੀ ਦਾਦੀ, ਕਦੇ ਮੱਥਾ ਚੁੰਮਦੀ ਕਦੇ ਹੱਥ ਚੁੰਮਦੀ ਹੈ। ਤਜਿਓ ਸ਼ੋਕ ਧਰ ਆਨੰਦ ਚਿਤ ਕੋ। ਸ਼ੋਕ ਗਮ ਖਤਮ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ, ਗੁਰੂ ਕਲਗੀਧਰ ਸਾਹਿਬ ਦਾ ਪ੍ਰਤਾਪ ਵੇਖ ਕੇ ਬੜਾ ਆਨੰਦ ਪ੍ਰਾਪਤ ਹੋ ਰਿਹਾ ਹੈ। ਪੁਨ ਗੁਜਰੀ ਕੋ ਬੰਦਨ ਕਰੀ। ਫਿਰ ਗੁਰੂ ਕਲਗੀਧਰ ਸਾਹਿਬ ਨੇ ਮਾਤਾ ਗੁਜਰ ਕੌਰ ਨੂੰ ਮੱਥਾ ਟੇਕਿਆ ਹੈ। ਬੋਲੀ ਆਹਜ ਧਨ ਇਹ ਘਰੀ। ਤੇ ਮਾਤਾ ਗੁਜਰ ਕੌਰ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਆਖਿਆ, ਪੁੱਤ ਗੋਬਿੰਦ ਰਾਏ ਅੱਜ ਦੀ ਘੜੀ ਧਨ ਹੈ, ਧਨ ਹੈ, ਅੱਜ ਦਾ ਸਮਾਂ ਬੜਾ ਸਫਲਾ ਹੈ। ਵਾਰਤ ਸਿਰ ਪਰ ਧਨ ਕੀ ਛਾਤੀ। ਤੇ ਮਾਤਾ ਗੁਜਰ ਕੌਰ ਨੇ ਖੁੱਲੀਆਂ ਮੋਹਰਾਂ ਦੀ ਥੈਲੀ ਕੱਢੀ ਤੇ ਗੁਰੂ ਕਲਗੀਧਰ ਸਾਹਿਬ ਦੇ ਸਿਰ ਤੋਂ ਸਰਵਾਰਨੇ ਕੀਤੇ ਐ। ਕਰੀ ਹਰਖ ਭਰ ਸੀਤਲ ਛਾਤੀ। ਤੇ ਮਾਤਾ ਜੀ ਦੀ ਛਾਤੀ ਐਨ ਠੰਡੀ ਠਾਰ ਹੋ ਗਈ ਹੈ, ਭਰ ਗਈ ਹੈ ਖੁਸ਼ੀ ਦੇ ਨਾਲ। ਇਸ ਵਿਧ ਮਿਲ ਜੁਗ ਮਾਤਨ ਸਾਥ। ਏਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਜੀ ਦੀ ਬਾਣ ਤੋਂ ਆ ਕੇ ਤੇ ਦੋਵਾਂ ਮਾਤਾ ਦਾਦੀ ਤੇ ਮਾਤਾ ਗੁਜਰ ਕੌਰ ਨੂੰ ਮਿਲੇ ਹਨ ਜੀ। ਬੈਠੇ ਅਪਰ ਥਾਨ ਪਨ ਨਾਥ। ਫਿਰ ਮਹਾਰਾਜ ਆਪਦੇ ਜਿੱਥੇ ਬਰਾਜਦੇ ਸੀ ਕਮਰਾ ਸੀ ਗੁਰੂ ਦੇਵ ਦਾ, ਉੱਥੇ ਜਾ ਕੇ ਬੈਠ ਗਏ ਐ। ਅਨੇਕ ਵਿਧਨ ਕੇ ਭੋਜਨ ਬਨੇ। ਇਹਨੇ ਨੂੰ ਲਾਂਗਰੀ ਸਿੱਖ ਨੇ ਜਿਹੜੇ ਬੜੇ ਤਰ੍ਹਾਂ ਦੇ ਭੋਜਨ ਪ੍ਰਸ਼ਾਦੇ ਤਿਆਰ ਕੀਤੇ ਸਨ। ਸਵਾਦਤ ਘਨੇ ਸਕਲ ਰਸ ਸਨੇ। ਬੜੇ ਰਸਾਂ ਸਹਿਤ ਬਣੇ ਹੋਏ ਭੋਜਨ ਪ੍ਰਸ਼ਾਦ ਗੁਰੂ ਕਾ ਲਾਂਗਰੀ ਸਿੱਖ ਲੈ ਕੇ ਗੁਰੂ ਕਲਗੀਧਰ ਸਾਹਿਬ ਕੋਲ ਆਇਆ ਹੈ। ਥਾਰ ਪਰੋਸਿਓ ਜੁਤ ਚਤੁਰਾਈ। ਬੜੀ ਚਤੁਰਾਈ ਸਿਆਣਪ ਨਾਲ ਚੰਗਾ ਵੱਡਾ ਥਾਲ ਲੰਗਰ ਪ੍ਰਸ਼ਾਦੇ ਦਾ ਪਰੋਸਿਆ ਹੋਇਆ ਭਰਿਆ ਹੋਇਆ ਗੁਰੂ ਕਲਗੀਧਰ ਸਾਹਿਬ ਕੋਲ ਲੈ ਕੇ ਲਾਂਗਰੀ ਆਇਆ ਹੈ। ਤੁਰਸ ਸਲਵਨ ਤਿਕਤ ਮਧੁਰਾਈ। ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰਸ਼ੇ, ਲੂਣੇ, ਹੋਰ ਜਿਹੜੇ ਕੋ ਸੋਹਣੇ ਪ੍ਰਸ਼ਾਦੇ ਹੁੰਦੇ ਆ, ਮਿੱਠੇ ਖੱਟੇ ਕੌੜੇ ਕਸੈਲੇ 36 ਪ੍ਰਕਾਰ ਦੇ ਭੋਜਨ ਮਹਾਰਾਜ ਦੇ ਅੱਗੇ ਰੱਖ ਦਿੱਤੇ ਐ। ਭਲੇ ਅਛਾਦਨ ਕਰ ਕਹਿ ਲਿਆਇਓ। ਤੇ ਢੱਕ ਕੇ ਥਾਲ ਨਾ ਲਾਂਗਰੀ ਸਿੱਖ ਨੇ ਭਰਿਆ ਪ੍ਰਸ਼ਾਦੇ ਦਾ ਗੁਰੂ ਕਲਗੀਧਰ ਸਾਹਿਬ ਦੇ ਅੱਗੇ ਰੱਖ ਦਿੱਤਾ ਹੈ। ਚੌਂਕੀ ਪਰ ਗੁਰ ਅਗਰ ਟਿਕਾਇਓ। ਚੰਦਨ ਦੀ ਚੌਂਕੀ ਰੱਖ ਕੇ ਗੁਰੂ ਕਲਗੀਧਰ ਸਾਹਿਬ ਦੇ ਅੱਗੇ ਥਾਲ ਜਿਹੜਾ ਨਾ ਸੋਹਣਾ ਸੋਨਾ ਚਾਂਦੀ ਦੇ ਭਾਂਡੇ ਤੇ ਗੁਰੂ ਕਲਗੀਧਰ ਸਾਹਿਬ ਦੇ ਅੱਗੇ ਟਿਕਾ ਦਿੱਤਾ ਹੈ। ਅਚਵਤ ਭਏ ਸਵਾਦ ਕੋ ਪਾਏ। ਮਹਾਰਾਜ ਬੜੇ ਆਨੰਦ ਤੇ ਸਵਾਦ ਨਾਲ ਪ੍ਰਸ਼ਾਦਾ ਲੰਗਰ ਛਕਣ ਲੱਗ ਪਏ ਹਨ ਜੀ। ਬਖਸ਼ਿਓ ਪਾਚਕ ਧਨ ਸਮੁਦਾਏ। ਮਹਾਰਾਜ ਲੰਗਰ ਪ੍ਰਸ਼ਾਦੇ ਤੋਂ ਇੰਨੇ ਖੁਸ਼ ਹੋਏ, ਸਤਿਗੁਰਾਂ ਢਾਲ ਭਰ ਕੇ ਚੰਗੀ ਚੋਖੀ ਤਗੜੀ ਤੇ ਲਾਂਗਰੀ ਸਿੱਖ ਦੀ ਝੋਲੀ ਵਿੱਚ ਪਾ ਦਿੱਤੀ ਹੈ। ਭਇਓ ਨਿਹਾਲ ਸੋ ਜਸ ਕੋ ਠਾਨਤ। ਖੁੱਲੀ ਮਾਇਆ ਦਿੱਤੀ ਲਾਂਗਰੀ ਨੂੰ। ਲਾਂਗਰੀ ਬੜਾ ਖੁਸ਼ ਹੋਇਆ, ਮਹਾਰਾਜ ਤੋਂ ਬੜੀ ਭਾਰੀ ਮਾਇਆ ਮਿਲ ਗਈ ਤੇ ਸਤਿਗੁਰਾਂ ਦੀ ਬੜੀ ਸੋਭਾ ਕਰਦਾ ਜਾਂਦਾ ਹੈ। ਜਹ ਕਹ ਸੰਗਤ ਬਿਖੈ ਬਖਾਨਤ। ਉਹਨੇ ਫਿਰ ਬਾਹਰ ਜਾ ਕੇ ਦੱਸਿਆ ਵੀ ਗੁਰੂ ਕਲਗੀਧਰ ਨੂੰ ਮੈਂ ਅੱਜ ਪ੍ਰਸ਼ਾਦਾ ਛਕਾਇਆ ਤੇ ਮਹਾਰਾਜ ਨੇ ਢਾਲ ਭਰ ਕੇ ਮੈਨੂੰ ਉਹਦੀ ਦਿੱਤੀ ਹੈ ਮੋਹਰਾਂ ਦੀ। ਤੇ ਉਹ ਸਿੱਖ ਜਿਹੜਾ ਨਾ ਲਾਂਗਰੀ ਬਾਹਰ ਦੱਸਦਾ ਫਿਰਦਾ ਵੀ ਗੁਰੂ ਕਲਗੀਧਰ ਸਾਹਿਬ ਜਿੱਡਾ ਕੋ ਦਾਨੀ ਪ੍ਰਦਾਨੀ ਨਹੀਂ ਹੈ। ਬਹੁਤ ਦੇਗ ਸਭ ਮਹਿ ਵਧਤਾਈ। ਫਿਰ ਖਾਲਸਾ ਜੀ ਲੰਗਰ ਚੱਲ ਪਿਆ, ਜਿਹੜੀਆਂ ਸੰਗਤਾਂ ਆਈਆਂ ਸਭ ਨੂੰ ਲੰਗਰ ਪ੍ਰਸ਼ਾਦਾ ਮਿਲਿਆ ਹੈ। ਜੋ ਆਵੈ ਸੋ ਲੇ ਤ੍ਰਿਪਤਾਈ। ਜਿਹੜਾ ਆ ਰਿਹਾ ਸਾਰੇ ਲੰਗਰ ਪ੍ਰਸ਼ਾਦਾ ਛਕ ਕੇ ਰਜ ਰਹੇ ਹਨ। ਸਵਾਦਲ ਭੋਜਨ ਖਾਏ ਕਨੇਰੇ। ਬਹੁਤ ਸੁੰਦਰ ਪ੍ਰਸ਼ਾਦਾ ਲੰਗਰ ਸੰਗਤਾਂ ਛਕ ਰਹੀਆਂ, ਰਜ ਕੇ ਗੱਫੇ ਲਾ ਰਹੀਆਂ ਹਨ। ਟੋਟ ਨ ਜਿਸ ਕੀ
ਖਰਚ ਬਡੇਰੇ। ਮਹਾਰਾਜ ਦੇ ਘਰ ਕਾਦੀ ਤੋਟ ਹੈ ਖਾਲਸਾ ਜੀ, ਖੁੱਲੇ ਗੱਫੇ ਲੱਗ ਰਹੇ ਹਨ ਜੀ। ਬਰਤਨ ਲਗੀ ਦੁਪਹਿਰੇ ਕਾਲਾ। ਦੁਪਹਿਰ ਤੱਕ ਗੁਰੂ ਕੇ ਲੰਗਰ ਦਾ ਪ੍ਰਸ਼ਾਦ ਪਾਣੀ ਖੁੱਲਾ ਵਰਤਿਆ ਹੈ। ਦੇਤ ਲੇਤ ਨਰ ਆਵਤ ਜਾਲਾ। ਤੇ ਸਿੱਖ ਜਿਹੜੇ ਆ ਕੁਝ ਪ੍ਰਸ਼ਾਦਾ ਲੈ ਰਹੇ, ਛਕ ਰਹੇ ਆ, ਤੇ ਕੁਝ ਵਰਤਾ ਰਹੇ ਆ। ਇਦਾਂ ਸਿੱਖ ਜਾਂ ਉਹਦੇ ਭੱਜੇ ਫਿਰਦੇ ਆ ਲੰਗਰ ਦੇ ਜਿੱਥੇ ਪੰਗਤਾਂ ਲੱਗੀਆਂ, ਬੜਾ ਭਾਰੀ ਭੀੜ ਭੜੱਕਾ ਹੋ ਰਿਹਾ ਹੈ। ਜਾਮ ਨਿਸਾ ਲਗ ਤਿਸੀ ਪ੍ਰਕਾਰਾ। ਸੰਗਤ ਜੀ, ਰਾਤ ਇੱਕ ਪਹਿਰ ਰਾਤ ਲੰਘ ਗਈ ਹੈ। ਭਾਵ ਜਿਵੇਂ ਰਾਤ ਨੂੰ 9 ਵੱਜ ਜਾਂਦੇ ਆ, ਇੰਨਾ ਸਮਾਂ ਲੰਗਰ ਲਗਾਤਾਰ ਹੀ ਚੱਲੀ ਗਿਆ ਤੇ ਮਸਾਂ ਪ੍ਰਸ਼ਾਦਾ ਪਾਣੀ ਜਿਹੜਾ ਨਾ ਉਹ ਸੰਗਤਾਂ ਨੂੰ ਛਕਣ ਨੂੰ ਮਿਲਿਆ। ਇੰਨੀ ਭੀੜ ਹੋ ਰਹੀ ਹੈ, ਖੁੱਲੇ ਗੱਫੇ ਸੰਗਤਾਂ ਨੇ ਲਾਏ ਹਨ। ਸਿੱਖ ਸੰਗਤ ਅਚਵੰਤ ਆਹਾਰਾ। ਰਾਤ ਦੇ 9 ਵਜੇ ਤੱਕ ਇੱਕ ਪਹਿਰ ਦਿਨ ਲੰਘ ਗਿਆ, ਰਾਤ ਲੰਘ ਗਈ ਇੱਕ ਪਹਿਰ ਤੇ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ। ਅੱਧੀ ਰਾਤ ਤੱਕ ਸੰਗਤਾਂ ਭੋਜਨ ਛਕਦੀਆਂ ਰਹੀਆਂ ਹਨ। ਦਿਨ ਪ੍ਰਤ ਰੀਤ ਇਹੀ ਠਹਿਰਾਈ। ਜਦੋਂ ਤੋਂ ਫਿਰ ਇਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਗੱਦੀ ਤੇ ਬਹਿ ਗਏ ਹੈ, ਹੁਣ ਰੋਜ਼ ਦੀ ਮਰਿਆਦਾ ਹੈ। ਤੜਕੇ ਲੰਗਰ ਚੱਲ ਪੈਂਦਾ ਤੇ ਰਾਤ ਨੂੰ ਇੱਕ ਪਹਿਰ ਤੱਕ ਲੰਗਰ ਚੱਲਦਾ ਰਹਿੰਦਾ। ਰੋਜ਼ ਸਿੱਖ ਤੁਰੇ ਹੀ ਆਉਂਦੇ ਆ ਤੇ ਤਿਲ ਮਾਰਿਆ ਪੁੰਜੇ ਨਹੀਂ ਡਿੱਗਦਾ। ਜਿਉਂ ਗੁਰੂ ਕਲਗੀਧਰ ਸਾਹਿਬ ਗੱਦੀ ਤੇ ਬਹਿ ਗਏ, ਆਨੰਦਪੁਰ ਸਾਹਿਬ ਦੇ ਵਿੱਚ ਫਿਰ ਭੀੜ ਲੱਗੀ ਰਹਿੰਦੀ ਹੈ। ਬੜੇ ਭਾਰੀ ਦਰਸ਼ਨ ਮੇਲੇ ਨੂੰ ਸੰਗਤਾਂ ਆਉਂਦੀਆਂ ਹਨ। ਸੰਗਤ ਆਏ ਵਧਤ ਅਧਿਕਾਈ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਸੰਗਤ ਰੋਜ਼ ਦੀ ਰੋਜ਼ ਵੱਧਦੀ ਜਾਂਦੀ ਹੈ। ਦੇਸ਼ਨ ਦੇਸ ਸੁਨਤ ਸੁਧ ਜਿਉ ਜਿਉ। ਜਿਵੇਂ ਜਿਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਖਬਰ ਚੱਲੀ ਜਾਂਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਗੁਰਤਾ ਗੱਦੀ ਤੇ ਸੱਜ ਗਏ ਹੈ, ਭਾਈ ਦਰਸ਼ਨ ਕਰਕੇ ਵੇਖੋ। ਜਿਵੇਂ ਕੋਈ ਮਰਦ ਅਗੰਬੜਾ ਸੂਰਮਾ ਬੈਠਾ ਹੁੰਦਾ, ਮਹਾਂਬਲੀ, ਇਦਾਂ ਖਾਲਸਾ ਜੀ ਸਿੱਖ ਸੂਰਮੇ ਸਤਿਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ। ਚੱਲੇ ਆਏ ਸਿੱਖਨ ਗਨ ਤਿਉ ਤਿਉਂ ਜਿਵੇਂ ਜਿਵੇਂ ਮਹਾਰਾਜ ਦੀ ਸੋਭਾ ਪਿੰਡਾਂ ਸ਼ਹਿਰਾਂ ਵਿੱਚ ਫੈਲਦੀ ਜਾਂਦੀ ਹੈ, ਉਵੇਂ ਉਵੇਂ ਗੁਰੂ ਕੇ ਸਿੱਖ ਸੰਗਤਾਂ ਪਰਿਵਾਰਾਂ ਸਮੇਤ ਪਹੁੰਚ ਰਹੇ ਆ। ਜੋ ਮਸੰਦ ਜਿਸ ਜੋਗ ਵਡਾਈ। ਜਿਹੜਾ ਮਸੰਦ ਆਉਂਦਾ, ਕੋਈ ਗੁਰਮੁਖ ਪਿਆਰਾ ਪ੍ਰਧਾਨ ਸਿੱਖ ਜਿਹੜਾ ਹੁੰਦਾ ਨਾ, ਸ਼੍ਰੋਮਣੀ, ਸੰਗਤਾਂ ਲੈ ਕੇ ਆਉਂਦਾ। ਜਿਹੋ ਜੀ ਮਹਾਰਾਜ ਦੇ ਘਰੋਂ ਵਡਿਆਈ ਯੋਗ ਹੁੰਦੀ ਹੈ। ਸਿਰੇ ਪਾਓ ਦੇ ਕਰਤ ਵਿਦਾਈ। ਸੱਚੇ ਪਾਤਸ਼ਾਹ ਸਿਰੋਂ ਪਾਓ ਦੇ ਕੇ ਮਸੰਦਾਂ ਨੂੰ ਵਿਦਾ ਕਰ ਰਹੇ ਹੈ। ਬੜੀ ਖੁੱਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਿਆਈ ਬਖਸ਼ ਰਹੇ ਹੈ। ਤਿਮ ਸਿੱਖਨ ਕੋ ਦੇਤ ਹਕਾਰਤ। ਮਹਾਰਾਜ ਇਦਾਂ ਖਾਲਸਾ ਜੀ ਗੁਰੂ ਕੇ ਸਿੱਖਾਂ ਨੂੰ ਸਿਰੋਂ ਪਾਓ ਤੇ ਹੋਰ ਬੜੀ ਵਡਿਆਈ ਦੇ ਰਹੇ ਹਨ। ਕਰ ਕਰ ਬੰਧਨ ਸਦਨ ਸਿਧਾਰਤ। ਗੁਰੂ ਕੇ ਸਿੱਖ ਗੁਰੂ ਕਲਗੀਧਰ ਸਾਹਿਬ ਨੂੰ ਮੱਥੇ ਟੇਕ ਆਗਿਆ ਲੈ ਕੇ ਆਪਣੇ ਘਰਾਂ ਨੂੰ ਤੁਰੇ ਜਾਂਦੇ ਆ। ਨਿਤ ਅਨੇਕ ਆਵਤ ਗਨ ਜਾਤ। ਇਦਾਂ ਤਾਤਾ ਲੱਗਿਆ ਰਹਿੰਦਾ। ਕੋਈ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਤੁਰਿਆ ਆਉਂਦਾ ਹੈ, ਕੋਈ ਦਰਸ਼ਨ ਕਰਕੇ ਘਰਾਂ ਨੂੰ ਮੁੜਿਆ ਜਾਂਦਾ ਹੈ। ਸਭ ਦੇਸਨ ਮਹਿ ਭੇ ਬਖਿਆਤ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਬੜੇ ਪ੍ਰਗਟ ਹੋ ਰਹੇ ਹੈ। ਦਸਮੋ ਪਾਤ ਸਾਹ ਗੁਰ ਹੋਇਓ। ਸਭ ਕਹਿੰਦੇ ਭਾਈ ਹੁਣ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਗਏ ਹੈ। ਇਤ ਸਿਰ ਦੇ ਤੁਰਕਨ ਘਰ ਖੋਇਓ। ਤੇ ਇਦਾਂ ਲੱਗਦਾ ਵੀ ਇਹਨਾਂ ਵੱਡੇ ਹੋ ਕੇ ਤੁਰਕਾਂ ਦਾ ਘਰ ਗਾਲ ਦੇਣਾ। ਭਾਵ ਔਰੰਗਜ਼ੇਬ ਦਾ ਜਿਹੜਾ ਨਾ ਆਸਣ ਸਿੰਘਾਸਣ ਨੂੰ ਮੂਧਾ ਮਾਰ ਦੇਣਗੇ। ਇਹਨਾਂ ਨੂੰ ਵੇਖ ਕੇ ਇਦਾਂ ਪ੍ਰਤੀਤ ਹੁੰਦਾ ਹੈ। ਸਾਂਗ ਰਾਹਤ ਲਗ ਅਵਨੀ ਸਾਰੀ। ਇਦਾਂ ਖਾਲਸਾ ਜੀ ਧੰਨ ਗੁਰੂ ਕਲਗੀਧਰ ਸਾਹਿਬ ਦੀ ਸੋਭਾ ਜਿੱਥੇ ਟਾਪੂ ਆ ਨਾ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ, ਜਿੱਥੇ ਅੰਡੇਮਾਨੀ ਘੁਮੋਲ ਕਿਤੇ ਜਿੱਥੇ ਟਾਪੂ ਹੋਣਗੇ, ਦੂਰ ਦੁਰਾਡੇ ਤੱਕ ਗੁਰੂ ਕਲਗੀਧਰ ਸਾਹਿਬ ਦੀ ਸਮੁੰਦਰਾਂ ਪਾਰ ਤੱਕ ਵਡਿਆਈ ਹੋ ਰਹੀ ਹੈ। ਪੁਰ ਗ੍ਰਾਮਨ ਜਹ ਸਿੱਖੀ ਧਾਰੀ। ਜਿੱਥੇ ਕਿਥੇ ਵੱਧ ਰਹੀ ਹੈ ਸਿੱਖੀ, ਜਿੱਥੇ ਕਿਥੇ ਬੜੇ ਲੋਕ ਗੁਰੂ ਕਲਗੀਧਰ ਸਾਹਿਬ ਦੇ ਸਿੱਖ ਬਣ ਰਹੇ ਹਨ। ਸੁਨ ਸਭ ਕੋ ਚਿਤ ਚੌਪ ਉਮੰਗੀ। ਸੁਣ ਕੇ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨਾਂ ਦੀ ਸਾਰਿਆਂ ਦੇ ਮਨ ਵਿੱਚ ਚੌਂਪ ਜਾਗ ਰਹੀ, ਇੱਛਾ ਜਾਗ ਰਹੀ ਹੈ। ਬ੍ਰਿੰਦਨ ਬ੍ਰਿੰਦ ਆਏ ਸਤ ਸੰਗੀ। ਇਦਾਂ ਖਾਲਸਾ ਜੀ ਰੋਜ਼ ਦੀ ਰੋਜ਼ ਸਤ ਸੰਗਤ ਵੱਧਦੀ ਜਾਂਦੀ ਆ। ਗੁਰੂ ਕੀਆਂ ਸੰਗਤਾਂ ਜਥੇ ਬਨ ਕੇ ਵਿਦੇਸ਼ਾਂ ਚੋਂ ਆ ਰਹੀਆਂ ਹਨ। ਇੱਕ ਆਵਤ ਮਿਲਤੇ ਇੱਕ ਜਾਤੇ। ਇੱਕ ਆ ਰਹੇ ਆ ਦਰਸ਼ਨ ਕਰਕੇ, ਦੂਜੇ ਮੁੜ ਰਹੇ ਹਨ ਜੀ। ਚਿਤ ਪ੍ਰਸੰਨ ਬੂਝਤ ਗੁਰ ਬਾਤੇ। ਤੇ ਗੁਰੂ ਸਾਹਿਬ ਮਹਾਰਾਜ ਤੋਂ ਪੁੱਛਦੇ ਆ ਗੱਲਾਂ ਬਾਤਾਂ, ਮਹਾਰਾਜ ਕੋਈ ਸਾਨੂੰ ਉਪਦੇਸ਼ ਬਖਸ਼ੋ। ਗੁਰੂ ਕਲਗੀਧਰ ਸਾਹਿਬ ਨਾਲ ਬੜੀਆਂ ਗੱਲਾਂ ਬਾਤਾਂ ਸਿੱਖ ਬਚਨ ਬਲਾਸ ਕਰਦੇ ਆ। ਭਨਤ ਸੁਜਸ ਇੱਕ ਸੁਨਤ ਆਨੰਦਤ। ਇਦਾਂ ਸੰਗਤ ਜੀ ਗੁਰੂ ਕਲਗੀਧਰ ਸਾਹਿਬ ਜੀ ਦੀ ਵਡਿਆਈ ਕੋਈ ਤਾਂ ਕਰ ਰਿਹਾ ਹੈ ਤੇ ਕੋਈ ਸੁਣ ਕੇ ਬੜਾ ਆਨੰਦ ਮਾਣਦਾ ਹੈ। ਸਿਮਰ ਸਿਮਰ ਪਗ ਪੰਕਜ ਬੰਦਤ। ਸਿਮਰ ਕੇ ਗੁਰੂ ਕਲਗੀਧਰ ਸਾਹਿਬ ਦੇ ਗੁਣਾਂ ਨੂੰ ਚਰਨ ਕਮਲਾਂ ਤੇ ਮੱਥੇ ਟੇਕਦੇ ਸਿੱਖ। ਧੀਰਜ ਧਰਨੀ ਕੇ ਸਮ ਧਰਨੀ। ਕਹਿੰਦੇ ਗੁਰੂ ਕਲਗੀਧਰ ਸਾਹਿਬ ਦਾ ਜਿਹੜਾ ਧੀਰਜ ਹੈ ਉਹ ਇਦਾਂ ਜਿਵੇਂ ਧਰਤੀ ਦਾ ਧੀਰਜ ਹੁੰਦਾ। ਕੋਈ
ਕੋ ਖੋਦਾ ਕੋ ਚੰਦਨ ਲੇਪ। ਜਿਵੇਂ ਧਰਤੀ ਵਿੱਚ ਹੌਸਲਾ ਹੁੰਦਾ ਹੈ, ਗੁਰੂ ਕਲਗੀਧਰ ਸਾਹਿਬ ਵਿੱਚ ਐਸਾ ਹੌਸਲਾ ਪ੍ਰਤੀਤ ਹੁੰਦਾ ਹੈ ਜੀ। ਅਜਮਤ ਸਿੰਧ ਅਜਰਨੀ ਜਰਨੀ। ਸਤਿਗੁਰਾਂ ਦੇ ਵਿੱਚ ਕਰਾਮਾਤ ਸਮੁੰਦਰ ਵਰਗੀ ਹੈ ਤੇ ਅਜਰ ਸ਼ਕਤੀ ਨੂੰ ਪਾਤਸ਼ਾਹ ਜੀ ਜਰਨ ਵਾਲੇ ਐ। ਅਸ ਕਰਨੀ ਕਰਨੀ ਕਿਸ ਔਰ। ਇਹੋ ਜੀ ਕਰਨੀ ਜਿਹੜੀ ਗੁਰੂ ਕਲਗੀਧਰ ਸਾਹਿਬ ਵਿੱਚ ਹੈ ਭਾਈ, ਹੋਰ ਕਿਸੇ ਵਿੱਚ ਕਿੱਥੇ ਹੈ। ਇਦਾਂ ਦੀ ਸੋਭਾ ਸਿੱਖ ਕਰ ਰਹੇ ਹਨ ਜੀ। ਬਿਨ ਗੁਰ ਨਵ ਸੋਢੀ ਸਿਰ ਮੋਰ। ਕਹਿੰਦੇ ਭਾਈ ਇਹੋ ਜੀ ਵਡਿਆਈ ਨਹੀਂ ਹੈ। ਨਵੇਂ ਗੁਰੂ ਕਲਗੀਧਰ ਸੋਢੀ ਕੁਲ ਦੇ ਸ਼੍ਰੋਮਣੀ ਹੈ। ਗੁਰੂ ਕਲਗੀਧਰ ਸਾਹਿਬ ਤੋਂ ਬਿਨਾਂ ਇਹੋ ਜੀਆਂ ਵਡਿਆਈਆਂ ਹੋਰ ਕਿਸੇ ਵਿੱਚ ਨਹੀਂ ਮਿਲਦੀਆਂ ਹਨ ਜੀ। ਤੇਜ ਪੁੰਜ ਨੰਦਨ ਜਿਨ ਕੇਰੋ। ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਹੈ ਤੇ ਉਹਨਾਂ ਦੇ ਪੁੱਤਰ ਦਾ ਕਿੰਨਾ ਭਾਰੀ ਪ੍ਰਤਾਪ ਹੈ ਜੀ। ਅਲਪ ਬੈਸ ਮਹਿ ਦਿਪਤ ਬਡੇਰੋ। ਥੋੜੀ ਜਿਹੀ ਉਮਰ ਹੈ ਗੁਰੂ ਕਲਗੀਧਰ ਸਾਹਿਬ ਦੀ, 10 ਕੁ ਸਾਲ ਹੈ, ਤੇ ਸਿੱਖ ਕਹਿੰਦੇ ਇੰਨੀ ਥੋੜੀ ਉਮਰ ਵਿੱਚ ਇਹਨਾਂ ਦਾ ਇੰਨਾ ਪ੍ਰਤਾਪ ਹੈ, ਕਿਤੇ ਚਿਹਰੇ ਤੇ ਨਜ਼ਰ ਨਹੀਂ ਫਿਰਦੀ ਹੈ। ਇੰਨਾ ਪ੍ਰਤਾਪ ਤੇ ਕੇਵਲ ਪੌਣੇ 10 ਸਾਲ ਦੀ ਉਮਰ ਹੈ। ਵੱਡੇ ਹੋਣਗੇ ਉਦੋਂ ਕੈਸੇ ਹੋਣਗੇ। ਇਦਾਂ ਸਿੱਖਾਂ ਦੇ ਮਨ ਵਿੱਚ ਚਾਉ ਹੋ ਰਿਹਾ ਹੈ। ਗੁਰ ਕੀ ਗਤ ਕੁਛ ਲਖੀ ਨ ਜਾਵੇ। ਕਹਿੰਦੇ ਐਸੇ ਦਿਆਲੂ ਕਿਰਪਾਲੂ ਮਾਂ ਬਲੀ ਸੂਰਮੇ ਗੁਰੂ ਕਲਗੀਧਰ ਸਾਹਿਬ ਦੀ ਮਹਿਮਾ ਵਡਿਆਈ ਜਾਣੀ ਨਹੀਂ ਜਾਂਦੀ ਹੈ। ਦੇਖ ਜਗਤ ਸਗਰੋ ਬਿਸਮਾਵੇ। ਸਾਰਾ ਸੰਸਾਰ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਇਤਿਆਦਿਕ ਸਭ ਸੰਗਤ ਮਾਹੀ। ਇਸ ਤਰ੍ਹਾਂ ਖਾਲਸਾ ਜੀ, ਇਸ ਤਰ੍ਹਾਂ ਦੇ ਬੜੇ ਬਚਨ ਬਲਾਸ ਗੁਰੂ ਕੀਆਂ ਸੰਗਤਾਂ ਆਪਸ ਵਿੱਚ ਕਰ ਰਹੀਆਂ ਹਨ। ਹੋਤ ਵਾਰਤਾ ਲਾਭ ਮਹਾਹੀ। ਤੇ ਗੁਰੂ ਕਲਗੀਧਰ ਸਾਹਿਬ ਜੀ ਦੀ ਮਹਾਨ ਵਡਿਆਈ ਵਾਰਤਾਲਾਪ ਗੁਰੂ ਕੇ ਸਿੱਖਾਂ ਵਿੱਚ ਹੋ ਰਿਹਾ ਹੈ। ਚੱਲੀ ਆਏ ਚਾਹੁੰਦੇ ਤੇ ਸੰਗਤ। ਰੋਜ਼ ਨਵੀਆਂ ਸੰਗਤਾਂ ਚਾਰ ਚਫੇਰਿਓਂ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਰਹੀਆਂ ਨੇ। ਆਨ ਆਨੰਦਪੁਰ ਉਤਰਹਿ ਪੰਗਤ। ਤੇ ਆਨੰਦਪੁਰ ਪੰਗਤਾਂ ਸਿੱਖਾਂ ਦੇ ਜਥਿਆਂ ਦੇ ਜਥੇ ਉਤਰ ਰਹੇ ਹੈ। ਰੋਜ਼ ਦੀ ਰੋਜ਼ ਤੰਬੂ ਨਵੇਂ ਲਾਉਣੇ ਪੈ ਰਹੇ ਹਨ। ਵੱਡੀ ਭੀੜ ਜਬ ਹੋਏ ਜਾਏ। ਜਦੋਂ ਸਿੱਖਾਂ ਦੀ ਬਹੁਤੀ ਭੀੜ ਹੋ ਜਾਂਦੀ, ਬਹੁਤ ਭਾਰੀ ਸਿੱਖ ਸੰਗਤਾਂ ਦਰਸ਼ਨਾਂ ਨੂੰ ਕਾਹਲੀਆਂ ਪੈਣ ਲੱਗ ਪੈਂਦੀਆਂ ਹਨ। ਸਿੱਖ ਸਕੇਲਨ ਹੋਏ ਸਮੁਦਾਏ। ਫਿਰ ਸੱਚੇ ਪਾਤਸ਼ਾਹ ਜਦੋਂ ਵੇਖ ਲੈਂਦੇ ਵੀ ਹੁਣ ਸਿੱਖ ਬਹੁਤੇ ਇਕੱਠੇ ਹੋ ਗਏ, ਵੀ ਹੁਣ ਸੰਗਤਾਂ ਨੂੰ ਦਰਸ਼ਨ ਦੇਣੇ ਪੈਣੇ ਆ, ਕਿਉਂਕਿ ਜੇ ਇੱਕੋ ਵਾਰੀ ਬੈਠਾਂਗੇ ਪੰਡਾਲ 'ਚ ਤੇ ਭੀੜ ਬਹੁਤ ਮੱਚ ਜਾਣੀ ਹੈ। ਜਦੋਂ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਬਹੁਤਾ ਇਕੱਠ ਵੇਖਦੇ ਆ, ਸੇਵਕ ਕਰਹਿ ਜਨਾਵਨ ਫੇਰ। ਤੇ ਸਿੱਖ ਜਾ ਕੇ ਗੁਰੂ ਕਲਗੀਧਰ ਸਾਹਿਬ ਨੂੰ ਬੇਨਤੀ ਕਰ ਦਿੰਦੇ, ਕਹਿੰਦੇ ਪਾਤਸ਼ਾਹ ਜੀ ਮਹਾਰਾਜ ਇਕੱਠ ਬਹੁਤ ਹੋ ਰਿਹਾ ਹੈ, ਆਪ ਜੀ ਕਿਰਪਾ ਕਰੋ ਦਾਤਾ, ਸੰਗਤਾਂ ਦਰਸ਼ਨਾਂ ਨੂੰ ਤਰਸਦੀਆਂ, ਦੀਵਾਨ ਸਜਾਓ ਤੇ ਸੰਗਤਾਂ ਨੂੰ ਦਰਸ਼ਨ ਬਖਸ਼ੋ ਜੀ। ਭਈ ਦਰਸ ਹਿਤ ਭੀੜ ਬਡੇਰ। ਤੁਹਾਡੇ ਦਰਸ਼ਨਾਂ ਵਾਸਤੇ ਸੰਗਤਾਂ ਦੀ ਬੜੀ ਭੀੜ ਲੱਗ ਰਹੀ ਹੈ। ਬਸਤਰ ਸ਼ਸਤਰ ਨਿਜ ਅੰਗ ਸਜਾਵਹਿ। ਤੇ ਫਿਰ ਮਹਾਰਾਜ ਸੁਣ ਕੇ ਨਾ ਸਿੱਖ ਦੀ ਬੇਨਤੀ, ਮਹਾਰਾਜ ਇਸ਼ਨਾਨ ਪਾਣੀ ਕਰ ਲੈਂਦੇ, ਦਮਾਲਾ ਚਲਾ ਲੈਂਦੇ, ਸੀਸ ਤੇ ਕਲਗੀ ਜਗ੍ਹਾ ਲਾ ਕੇ ਤੇ ਮਹਾਰਾਜ ਸ਼੍ਰੀ ਸਾਹਿਬ ਪਹਿਨ ਕੇ ਗਾਤਰੇ ਤੇ ਕਮਰ ਕਸਾ ਕਰਕੇ ਉਹਦੇ ਵਿੱਚ ਕਟਾਰ ਸਜਾ ਕੇ ਐਨ ਤਿਆਰ ਬਰ ਤਿਆਰ ਸੂਰਮਿਆਂ ਵਾਂਗਰਾਂ ਗੁਰੂ ਕਲਗੀਧਰ ਸਾਹਿਬ ਜੀ ਫਿਰ ਸਿੱਖਾਂ ਦੀ ਬੇਨਤੀ ਸੁਣ ਕੇ ਪੰਡਾਲ ਵਿੱਚ ਪਹੁੰਚ ਜਾਂਦੇ ਐ। ਖੜਗ ਧਨੁਖ ਸਰ ਧਰ ਕਰ ਆਵੈ। ਮਹਾਰਾਜ ਦੇ ਹੱਥ ਵਿੱਚ ਕਮਾਨ ਪਕੜਿਆ ਹੁੰਦਾ ਹੈ, ਧਨੁਸ਼, ਤੇ ਮੋਢੇ ਤੇ ਤਿੱਖੇ ਤੀਰਾਂ ਦਾ ਪੱਥਾ ਬੜਾ ਫਾਬਰਿਆ ਹੁੰਦਾ ਹੈ। ਵਹਿਰ ਸਿੰਘਾਸਨ ਪਰ ਥਿਰ ਹੋਏ। ਤੇ ਮਹਾਰਾਜ ਘਰ ਤੋਂ ਘੋੜੇ ਤੇ ਚੜ ਪੈਂਦੇ ਐ ਤੇ ਲਾਗੇ ਜਿੱਥੇ ਮਹਾਰਾਜ ਦਾ ਦੀਵਾਨ ਸਜਦਾ ਹੈ, ਸੱਚੇ ਪਾਤਸ਼ਾਹ ਜੀ ਉਸ ਸਜੇ ਦੀਵਾਨ ਵਿੱਚ ਆ ਪਹੁੰਚਦੇ ਹਨ। ਜਹਾਂ ਦਰਸਹ ਸੰਗਤ ਸਭ ਕੋਏ। ਮਹਾਰਾਜ ਵੀਰ ਆਸਨ ਲਾ ਕੇ ਗੁਰਤਾ ਗੱਦੀ ਤਖਤ ਤੇ ਬਹਿ ਜਾਂਦੇ। ਸੰਗਤਾਂ ਨੂੰ ਪਤਾ ਲੱਗਦਾ ਗੁਰੂ ਕਲਗੀਧਰ ਸਾਹਿਬ ਪਹੁੰਚ ਗਏ ਐ। ਸਿੱਖ ਭੱਜ ਭੱਜ ਕੇ ਗੁਰੂਦੇਵ ਮਹਾਰਾਜ ਦੇ ਦਰਸ਼ਨ ਕਰਦੇ ਹਨ। ਕਰਹਿ ਮੇਵੜਾ ਸਭ ਮਹਿ ਫੇਰਾ। ਜਿਹੜਾ ਮੇਵੜਾ ਸਿੱਖ ਹੁੰਦਾ ਹੈ, ਅਰਦਾਸੀਆ, ਉਹ ਸਿੱਖ ਜਿੱਥੇ ਰਹਿ ਰਹੇ ਤੰਬੂਆਂ ਵਿੱਚ ਜਾ ਕੇ ਅਰਦਾਸੀਆ ਸਿੱਖ ਸਾਰੇ ਸਿੱਖਾਂ ਨੂੰ ਜਾਣਕਾਰੀ ਦਿੰਦਾ ਹੈ। ਸਿੱਖ ਵਿਦੇਸਨ ਕੋ ਜਹ ਡੇਰਾ। ਜਿੱਥੇ ਵਿਦੇਸ਼ੀ ਸਿੱਖਾਂ ਦਾ ਡੇਰਾ ਹੁੰਦਾ ਹੈ, ਉਥੇ ਇੱਕ ਸਿੱਖ ਸਾਰਿਆਂ ਤੰਬੂਆਂ ਵਿੱਚ ਜਾ ਕਰਕੇ ਜਾਣਕਾਰੀ ਦੇ ਦਿੰਦਾ ਹੈ। ਸਤਿਗੁਰ ਆਨ ਸਿੰਘਾਸਨ ਰਾਜੇ। ਕਿਹੇ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਜਿਨ੍ਹਾਂ ਦਰਸ਼ਨ ਕਰਨੇ ਆ ਉਹ ਭਾਈ ਪਹੁੰਚ ਜਾਓ। ਧੰਨ ਗੁਰੂ ਕਲਗੀਧਰ ਸਾਹਿਬ ਜੀ ਪੰਡਾਲ ਵਿੱਚ ਪਹੁੰਚ ਚੁੱਕੇ ਐ। ਮਹਾਰਾਜ ਖੁੱਲੇ ਦਰਸ਼ਨ ਬਖਸ਼ ਰਹੇ ਐ। ਇੱਕ ਪਹਿਰ ਮਹਾਰਾਜ ਦੇ ਦਰਸ਼ਨ ਹੋਣੇ, ਫਿਰ ਨਹੀਂ ਹੋਣੇ, ਫਿਰ ਕੱਲ ਨੂੰ ਹੋਣਗੇ। ਜਿਨ੍ਹਾਂ ਅੱਜ ਦਰਸ਼ਨ ਨਹੀਂ ਕੀਤੇ, ਸੰਗਤਾਂ ਨਵੀਆਂ ਆਈਆਂ, ਉਹ ਭਾਈ ਪੰਡਾਲ ਵਿੱਚ ਹੱਲੇ ਨਾਲ ਪਹੁੰਚ ਜਾਓ ਤੇ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰ ਲਵੋ ਜੀ। ਜਿਨ ਕੇ ਦਰਸ ਬਿਘਨ ਅਘ ਭਾਜੇ। ਐਸੇ ਗੁਰੂ ਕਲਗੀਧਰ ਸਾਹਿਬ ਜੀ ਸਿੰਘਾਸਣ ਤੇ ਬਹਿ ਗਏ ਐ, ਜਿਨ੍ਹਾਂ ਦੇ ਦਰਸ਼ਨ ਕਰਿਆ ਸਾਰੇ ਪਾਪ
ਵਿਘਨ ਕਲੇਸ਼ ਨਾਸ਼ ਹੋ ਜਾਂਦੇ ਹਨ। ਅਭੇ ਲਾਖਤ ਸਭ ਚੱਲ ਕਰ ਆਵਹੋ। ਜਿਨ੍ਹਾਂ ਦੀ ਇੱਛਾ ਹੈ ਭਾਈ ਦਰਸ਼ਨਾਂ ਦੀ, ਜਿਹੜੀਆਂ ਸੰਗਤਾਂ ਨਵੀਆਂ ਆਈਆਂ, ਉਹ ਮਾਰੋ ਹੱਲਾ ਤੇ ਛੇਤੀ ਨਾਲ ਪੰਡਾਲ ਵਿੱਚ ਪਹੁੰਚ ਜਾਓ ਜੀ। ਮਾਨਸ ਜਨਮ ਲਾਭ ਕਹ ਪਾਵਹੋ। ਤੇ ਆਪਣੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਲਵੋ ਜੀ। ਹਿਦੇ ਕਾਮਨਾ ਜੇ ਕਿਮ ਧਰੋ। ਜਿਹਦੇ ਮਨ ਵਿੱਚ ਭਾਈ ਕੋਈ ਕਾਮਨਾ ਹੈ, ਜੇ ਕਿਸੇ ਦੇ ਮਨ ਵਿੱਚ ਕੋਈ ਇੱਛਾ ਹੈ ਨਾ ਵੀ ਮੈਂ ਆਹ ਅਰਦਾਸ ਕਰਾਉਣੀ ਮਹਾਰਾਜ ਨੂੰ, ਉਹ ਪੰਡਾਲ 'ਚ ਪਹੁੰਚ ਜਾਓ ਤੇ ਆਪਦੇ ਮਨ ਵਿੱਚ ਜੋ ਵੀ ਕੋਈ ਇੱਛਾ ਕੋਈ ਫੁਰਨਾ ਸਿੱਖ ਕਰ ਦਵੇਗਾ। ਭਨਹੁ ਬੇਨਤੀ ਪੂਰਨ ਕਰੋ। ਤੇ ਜਾਂ ਗੁਰੂ ਕਲਗੀਧਰ ਸਾਹਿਬ ਨੂੰ ਬੇਨਤੀ ਕਰ ਦਿਓ ਜਾ ਕੇ, ਮਹਾਰਾਜ ਸਾਡੀ ਆ ਬੇਨਤੀ ਹੈ, ਕਿਸੇ ਸਿੱਖ ਤੋਂ ਅਰਦਾਸ ਕਰਾ ਦਿਓ ਭਾਈ ਪੰਡਾਲ 'ਚ ਪਹੁੰਚ ਕੇ, ਤੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਤੁਹਾਡੀ ਇੱਛਾ ਪੂਰੀ ਕਰ ਦੇਣਗੇ। ਇਮ ਸੁਧ ਸਭ ਕੋ ਦੇਤ ਸੁਨਾਏ। ਏਦਾਂ ਖਾਲਸਾ ਜੀ ਸਿੱਖ ਫਿਰ ਜਾ ਕੇ ਨਾ ਤੰਬੂਆਂ 'ਚ, ਜਿੱਥੇ ਸਿੱਖ ਰਹਿਸ਼ ਰਹਿ ਰਹੀ ਆ, ਉਦੋਂ ਆਸਰਾਵਾਂ ਤਾਂ ਨਹੀਂ ਸਨ, ਤੇ ਫਿਰ ਉਹ ਸਿੱਖ ਜਾ ਕੇ ਸਿੱਖਾਂ ਨੂੰ ਦੱਸ ਦਿੰਦਾ ਹੈ, ਇੱਕ ਸਿੱਖ ਖਬਰ ਕਰ ਦਿੰਦਾ ਹੈ ਵੀ ਪੰਡਾਲ ਸਜ ਗਿਆ, ਪਹੁੰਚੋ ਭਾਈ। ਤਾਂ ਸਿੱਖ ਫਿਰ ਤਿਆਰ ਹੋ ਕਰਕੇ ਇਸ਼ਨਾਨ ਪਾਣ ਕਰਕੇ ਗੁਰੂ ਕੇ ਪੰਡਾਲ ਵਿੱਚ ਪਹੁੰਚਣ ਲੱਗ ਪੈਂਦੇ ਆ। ਅਨੁਰਾਗੀ ਸੁਨ ਹੋਏ ਚਿਤ ਚਾਏ। ਵੀ ਮਹਾਰਾਜ ਪਹੁੰਚ ਗਏ ਆ, ਖਬਰ ਸੁਣ ਕੇ ਸਿੱਖਾਂ ਦੇ ਮਨ ਬੜੇ ਪ੍ਰੇਮੀ ਹੁੰਦੇ, ਬੜਾ ਚਾਅ ਚੜ ਜਾਂਦਾ ਹੈ। ਨੀਕੀ ਵਸਤ ਆਦ ਜੇ ਦਰਬਾਰ। ਜਿਹੜੀਆਂ ਫਿਰ ਵਸਤੂਆਂ ਲੈ ਕੇ ਆਏ ਹੁੰਦੇ ਘਰਾਂ ਤੋਂ ਸਿੱਖ, ਕੋਈ ਕੱਪੜਾ ਲੈ ਕੇ ਆਇਆ ਹੈ, ਕੋਈ ਸ਼ਾਸਤਰ ਲੈ ਕੇ ਆਇਆ, ਕੋਈ ਮਾਇਆ ਲੈ ਕੇ ਆਇਆ, ਜਿਹੜੀ ਕੋਈ ਪੂਜਾ ਭੇਟਾ ਸਿੱਖ ਲਿਆਏ ਹੁੰਦੇ ਆ। ਲੈ ਲੈ ਪਹੁੰਚਾ ਗੁਰ ਢਿਗ ਸਰਬਾ। ਉਹ ਸਾਰੀਆਂ ਭੇਟਾਵਾਂ ਲੈ ਕੇ ਥਾਲਾਂ 'ਚ ਸਜਾ ਕੇ ਤੇ ਸੰਗਤਾਂ ਗੁਰੂ ਕਲਗੀਧਰ ਸਾਹਿਬ ਕੋਲ ਪਹੁੰਚਣ ਲੱਗ ਪੈਂਦੀਆਂ ਹਨ। ਅਰਪ ਕਰ ਹੈ ਪ੍ਰਣਾਮ। ਸਤਿਗੁਰਾਂ ਨੂੰ ਭੇਟਾ ਨਮਸਕਾਰਾਂ ਕਰ ਕੇ ਰੱਖ ਕੇ ਤੇ ਮਹਾਰਾਜ ਨੂੰ ਦਰਸ਼ਨੀ ਭੇਟਾ ਰੱਖ ਕੇ ਦਸਵੰਧ ਦੀ ਮਾਇਆ ਤੇ ਸਿੱਖ ਪ੍ਰਣਾਮ ਕਰ ਰਹੇ ਹੈ, ਨਮਸਕਾਰਾਂ ਕਰ ਰਹੇ ਹਨ ਜੀ। ਪਗ ਪੰਕਜ ਗੁਰ ਕੇ ਅਭਿਰਾਮ। ਜਿਸ ਗੁਰੂ ਕਲਗੀਧਰ ਸਾਹਿਬ ਦੇ ਚਰਨ ਕਮਲ ਭਾਈ ਬੜੇ ਸੁੰਦਰ ਹੈ, ਪਵਿੱਤਰ ਚਰਨ ਕਮਲਾਂ ਤੇ ਸਿੱਖ ਮੱਥਾ ਟੇਕ ਰਹੇ ਹੈ। ਸੁੰਦਰ ਬਦਨ ਇੰਦ ਮਾਨਿੰਦ। ਤੇ ਜਿਹੜਾ ਮੁਖੜਾ ਹੈ ਗੁਰੂ ਦੇਵ ਦਾ, ਉਹ ਮਾਨੋ ਜਿਵੇਂ ਪੁੰਨਿਆਂ ਦਾ ਚੰਦਰਮਾ ਹੁੰਦਾ ਹੈ। ਬਿਕਸਿਓ ਕਿਧੋ ਭੋਰ ਅਰਬਿੰਦ। ਤੇ ਇਉਂ ਕਹਿ ਲਓ ਜਿਵੇਂ ਅੰਮ੍ਰਿਤ ਵੇਲੇ ਕੋ ਕਮਲ ਦਾ ਫੁੱਲ ਖਿੜਿਆ ਹੁੰਦਾ, ਸੁੱਚਾ ਖੁੱਲਾ ਡੁੱਲਾ, ਏਦਾਂ ਸਤਿਗੁਰੂ ਮਹਾਰਾਜ ਦਾ ਮੁਖੜਾ ਹੈ ਜੀ। ਕਰ ਦਰਸ਼ਨ ਕੋ ਲਹਤ ਆਨੰਦ। ਸਤਿਗੁਰਾਂ ਦੇ ਦਰਸ਼ਨ ਕਰ ਕੇ ਸਿੱਖ ਆਨੰਦ ਪ੍ਰਾਪਤ ਕਰ ਰਹੇ ਹੈ। ਖਰੀ ਰਹਿ ਕੋ ਜੁਗ ਕਰ ਬੰਦ। ਕਈ ਸਿੱਖਾਂ ਦਾ ਹੁਣ ਬਹਿਣ ਨੂੰ ਮਨ ਨਹੀਂ ਕਰਦਾ, ਉਹ ਮਹਾਰਾਜ ਦਾ ਮੁਖ ਵੇਖੀ ਜਾਂਦੇ ਹੱਥ ਜੋੜੇ ਹੋਏ ਹੈ, ਤੇ ਗੁਰੂ ਕਲਗੀਧਰ ਸਾਹਿਬ ਦਾ ਸੋਹਣਾ ਮੁਖ ਵੇਖੀ ਤੁਰੇ ਜਾਂਦੇ ਹੈ, ਮਹਾਰਾਜ ਤੋਂ ਅੱਖ ਨਹੀਂ ਪਾਸੇ ਕਰਦੇ ਹਨ। ਕੀਤਿਕ ਆਏ ਸਪਾਈ ਮੁਕੰਦ। ਕਈ ਮੁਕਤੀ ਦਾਤੇ ਗੁਰੂ ਕਲਗੀਧਰ ਸਾਹਿਬ ਜੀ ਦੀ ਆਗਿਆ ਮਾਰ ਕਹਿੰਦੇ ਭਾਈ ਸੰਗਤ ਜੀ ਬਹਿ ਜਾਓ, ਗੁਰੂ ਕਲਗੀਧਰ ਸਾਹਿਬ ਦੀ ਆਗਿਆ ਪਾ ਕੇ ਕਈ ਸਿੱਖ ਸੰਗਤਾਂ ਬਹਿ ਜਾਂਦੀਆਂ ਤੇ ਕਈ ਹੱਥ ਜੋੜ ਕੇ ਖੜੇ ਰਹਿੰਦੇ ਆ, ਸਤਿਗੁਰਾਂ ਦੇ ਦਰਸ਼ਨ ਰਜ ਕੇ ਕਰੀ ਜਾਂਦੇ ਆ। ਬੈਠਾ ਹੈ ਨਿਕਟ ਮਸੰਦ ਬਿਲੰਦ। ਜਿਹੜੇ ਕੋਈ ਮਸੰਦ ਸਿੱਖ ਸੰਗਤਾਂ ਲੈ ਕੇ ਆਏ ਹੁੰਦੇ ਆ ਦੂਰੋਂ, ਆਪ ਅੱਗੇ ਲੱਗ ਕੇ ਸਿਆਣੇ ਸਿੱਖ, ਉਹ ਗੁਰੂ ਕਲਗੀਧਰ ਸਾਹਿਬ ਦੇ ਲਾਗੇ ਹੋ ਕੇ ਬੈਠੇ ਹੋਏ ਆ। ਸੰਗਤਾਂ ਸਾਰੀਆਂ ਗੁਰੂ ਕਲਗੀਧਰ ਸਾਹਿਬ ਜੀ ਗਰੀਬ ਨਵਾਜ ਦੇ ਰੱਜ ਕੇ ਦਰਸ਼ਨ ਕਰਦੀਆਂ ਹਨ ਖਾਲਸਾ ਜੀ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਬਾਰ ਦੀ ਸ਼ੋਭਾ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਦਾ ਰੋਜ਼ ਦਰਬਾਰ ਸਜਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਬਹੁਤੇ ਦਿਨ ਨਹੀਂ ਹੋਏ ਹੈ। ਲੱਖੀ ਸ਼ਾਹ ਵਣਜਾਰਾ ਫਿਰ ਦਰਸ਼ਨ ਕਰਨ ਆਇਆ ਸੀ ਦਿੱਲੀ ਤੋਂ। ਤੇਗ ਬਹਾਦਰ ਸਤਿਗੁਰੂ ਦਾ ਸੰਸਕਾਰ ਕਰਕੇ ਨਾ, ਫਿਰ ਭਾਈ ਲੱਖੀ ਸ਼ਾਹ ਵਣਜਾਰਾ ਦਰਸ਼ਨ ਕਰਨ ਆਇਆ ਇੱਥੇ ਅਨੰਦਪੁਰ ਸਾਹਿਬ। ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਜਾਣੀ ਸੀ ਮਹਾਰਾਜ ਨੇ ਫਿਰ ਪੁੱਛਿਆ, ਮਹਾਰਾਜ ਕਹਿੰਦੇ ਆਓ ਵਣਜਾਰਾ ਲੱਖੀ ਸ਼ਾਹ ਜੀ, ਸਾਡੇ ਪਿਤਾ ਜੀ ਦਾ ਸੰਸਕਾਰ ਕਿਵੇਂ ਕੀਤਾ, ਸਾਨੂੰ ਸਾਰੀ ਕਥਾ ਸੁਣਾਓ। ਫਿਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਦੱਸਿਆ, ਮਹਾਰਾਜ ਕੋਈ ਧੜ ਚੁੱਕਣ ਨੂੰ ਤਿਆਰ ਨਹੀਂ ਸੀ। ਫਿਰ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਗੱਜ ਵੱਜ ਕੇ ਆਖਿਆ ਸੀ। ਮਹਾਰਾਜ ਕਹਿੰਦੇ, ਇਸ ਬਿਦ ਕੋ ਅਬ ਪੰਥ ਬਣਾਵੋ, ਸਕਲ ਜਗਤ ਮੈਂ ਬਹੁ ਬਿਦਤਾਵੋ। ਲਾਖੋਂ ਜਗ ਕੇ ਨਰ ਇੱਕ ਥਾਏ, ਤਿਨ ਮਹਿ ਮਿਲੇ ਏਕ ਸਿੱਖ ਜਾਏ। ਜਥਾ ਬਕਨ ਮਹਿ ਪਛਾਨਿਓ ਪਰੈ, ਰਲ ਨਾ ਕਿਉ ਹੂੰ ਕੈਸ ਹੂੰ ਕਰੈ। ਜਥਾ ਬਕਨ ਮਹਿ ਹੰਸ ਨ ਛਪੈ, ਗ੍ਰਿਜਨ ਬਿਖੈ ਮੋਰ ਜਿਮ ਦਿਪੈ। ਜਿਉ ਖਾਰ ਗਨ ਮਹਿ ਬੜੀ ਤੁਰੰਗ, ਜਥਾ ਮ੍ਰਿਗਨ ਮਹਿ ਕਿਹਰ ਅੰਗ। ਮਾਰੇ ਕਹਿੰਦੇ ਜਿਵੇਂ ਹਰਨਾਂ ਵਿੱਚ ਬੱਬਰ ਸ਼ੇਰ ਖੜਾ ਹੁੰਦਾ, ਲੁਕ ਨਹੀਂ ਸਕਦਾ। ਗਧਿਆਂ ਵਿੱਚ ਘੋੜਾ ਨਹੀਂ ਲੁਕ ਸਕਦਾ, ਬਗਲਿਆਂ ਕਾਵਾਂ ਦੇ ਵਿੱਚ ਹੰਸ ਨਹੀਂ ਲੁਕ ਸਕਦਾ। ਮਾਰੇ ਕਹਿੰਦੇ ਐਸਾ ਪੰਥ ਪ੍ਰਗਟ ਕਰਾਂਗੇ ਲੱਖੀ ਸ਼ਾਹ ਵਣਜਾਰੇ,
ਸਾਡਾ ਸਿੱਖ ਲੁਕੇ ਨਹੀਂ ਕਰੇਗਾ ਲੱਖਾਂ ਦੇ ਵਿੱਚ ਵੀ। ਇੱਦਾਂ ਸਾਧ ਸੰਗਤ ਜੀ ਮਹਾਰਾਜ ਨੇ ਫਿਰ ਬੜੇ ਵੀਰ ਰਸੀ ਬਚਨ ਕਹੇ ਸਨਗੇ। ਭਾਈ ਲੱਖੀ ਸ਼ਾਹ ਬਣਜਾਰਾ ਨਿਹਾਲ ਹੋ ਗਿਆ, ਮਹਾਰਾਜ ਨੇ ਬੜੀਆਂ ਬਰਕਤਾਂ ਮਿਹਰਾਂ ਬਖਸ਼ੀਆਂ। ਉਹ ਜਿਹੜੀ ਕਥਾ ਹੈ ਨਾ ਭਾਈ ਲੱਖੀ ਸ਼ਾਹ ਬਣਜਾਰੇ ਦੇ ਦਿੱਲੀ ਤੋਂ ਅਨੰਦਪੁਰ ਆਉਣ ਦੀ, ਉਹ ਕੱਲ੍ਹ ਦੇ ਦੀਵਾਨ ਵਿੱਚ ਆਵੇਗੀ। ਇਸ ਤਰ੍ਹਾਂ ਖਾਲਸਾ ਜੀ ਕੱਲ੍ਹ ਦੇ ਦਿਨ ਆਖਰੀ ਕਥਾ ਦਾ ਦਿਨ ਹੈ ਭਾਈ। ਪਰਸੋਂ ਫਿਰ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ, ਆਰਤੀ ਆਰਤਾ ਹੋਇਆ ਕਰੇਗਾ, ਕਥਾ ਦਾ ਇੱਕ ਵਾਰੀ ਵਿਸ਼ਰਾਮ ਦਿੱਤਾ ਜਾਏਗਾ। ਅਤੇ ਕੱਲ੍ਹ ਦਾ ਦਿਨ ਭਾਈ ਇਹ ਗੁਰੂ ਕਲਗੀਧਰ ਸਾਹਿਬ ਦੀ ਸੋਭਾ ਹੋਣੀ ਹੈ ਅਤੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਪਹੁੰਚਣ। ਪਰਸੋਂ ਸ੍ਰੀ ਅਖੰਡ ਜਾਪ ਸਾਹਿਬ ਦੇ ਹਾਜ਼ਰ ਜਿਵੇਂ ਭਰਨੇ ਹੈ, ਕਥਾ ਦੇ ਸਮੇਂ 'ਤੇ ਜਿਹੜੀ ਹੈ ਉਹ ਆਰਤੀ ਆਰਤਾ ਹੋਇਆ ਕਰੇਗਾ। ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਕਰ ਦਰਸ਼ਨ ਕੋ ਲਹਤ ਆਨੰਦ, ਖਰੀ ਰਹੈ ਕੋ ਜੁਗ ਕਰ ਬੰਦ। ਕੀਤਿਕ ਆਇਸ ਪਾਈ ਮੁਕੰਦ, ਬੈਠਹਿ ਨਿਕਟਮ ਸੰਤ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।